ਸਾਡੇ ਕੋਲ ਕਾफ़ी गऊआं ने ते इत्थे इहनूं मेनटेन करने वास्ते साडे कोल 2 डॉक्टर ने जी। एक सुबह 9 तो लैके शाम 6 बजे तक हुंदे ने जी, एक शाम 6 बजे तो लैके सवेरे 9 बजे तक हुंदे नेगे। बीमारी जो आई सी लिंपी स्किन नाम की बीमारी सी, वो बीमारी दे नाल लगभग जिन्ने अपने शहर दे विच पशु ने जां घर घर भी कोई पशु ने, तां उन्हां सारिआं नूं प्रॉब्लम हो रही सी। ਉਹਦੇ ਲਈ फेस ਵਜੇ ਤੋਂ ਲੱਗ ਕੇ 5 ਵਜੇ ਤੱਕ ਜੀ। ਠੀਕ ਸੁਬਾਹ ਹੈ ਆਉਣ ਸਾਰਿਆਂ ਨੂੰ ਪਹਿਲਾਂ ਜੀ ਐਮਰਜੈਂਸੀ ਦੇਖਦੇ ਹਾਂ। ਜੀ। ਐਮਰਜੈਂਸੀ ਜਿਹੜੇ ਨੂੰ ਕੋਈ ਟ੍ਰੀਟਮੈਂਟ ਦੇਣ ਵਾਲਾ ਉਹ ਟ੍ਰੀਟਮੈਂਟ ਦਿੰਦੇ ਆ ਜੀ, ਕੋਈ ਪੱਟੀ ਕਰਨ ਵਾਲੀ ਆ ਪੱਟੀ ਕਰਦੇ ਆ ਜੀ। ਬਾਈ ਜੀ ਖੋਲਿਓ ਡਾਕਟਰ ਸਾਹਿਬ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਤੇ ਤੁਹਾਡੀ ਨਾਈਟ ਡਿਊਟੀ ਹੁੰਦੀ ਹੈ ਜੀ? ਨਾਈਟ ਡਿਊਟੀ ਹੁੰਦੀ। ਤੇ ਹੁਣ ਤੁਸੀਂ ਕੀ ਕਰਕੇ ਆਏ ਹੋ, ਮਤਲਬ ਕੀ ਕੋਈ ਤੂੰ ਪੱਥਰਾਂ ਦੇ ਰੂਪ 'ਚ ਬਿਰਾਜਮਾਨ, ਤੂੰ ਪੱਥਰਾਂ ਦੇ ਰੂਪ 'ਚ ਬਿਰਾਜਮਾਨ, ਪਰ ਮੇਰੇ ਵਿੱਚ ਆ ਜਾਨ। ਤੈਨੂੰ ਪੂਜੇ ਪੂਰਾ ਸੰਸਾਰ, ਤੈਨੂੰ ਪੂਜੇ ਪੂਰਾ ਸੰਸਾਰ, ਕਿਉਂ ਫਿਰ ਮੇਰੇ ਡੰਡੇ ਮਾਰਨ ਇਨਸਾਨ। ਅਸੀਂ ਗੱਲ ਕਰ ਰਹੇ ਹਾਂ ਗਊ ਧਾਮ ਦੀ, ਗਊਆਂ ਦੀ। ਤੇ ਆਓ ਅੱਜ ਤੁਹਾਨੂੰ ਇਹੋ ਜਿਹੀ ਇੱਕ ਸੁਸਾਇਟੀ ਨਾਲ ਮਿਲਾਉਣ ਜਾ ਰਹੇ ਹਾਂ। ਆਜੋ ਬਾਈ ਜੀ ਉਹਨਾਂ ਨੂੰ ਚੱਲੀਏ। ਆਜੋ ਤੁਹਾਨੂੰ ਮਿਲਾਉਂਦੇ ਆ ਗਊ ਧਾਮ ਸੁਸਾਇਟੀ, ਸਟੈਪ ਔਨ ਸੁਸਾਇਟੀ ਦੇ ਮੈਂਬਰਾਂ ਨਾਲ, ਤੇ ਕਰਾਉਂਦੇ ਆ ਤੁਹਾਡੇ ਨਾਲ ਉਹਨਾਂ ਨੂੰ ਇੰਟਰੋਡਿਊਸ। ਆਜੋ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਆਜੋ ਥੋੜਾ ਚੱਲਣ। ਗਊ ਇੱਕ ਅਜਿਹਾ ਜਾਨਵਰ ਜਿਨ੍ਹਾਂ ਨੂੰ ਅਸੀਂ ਦੁੱਧ ਲੈ ਕੇ ਸੜਕਾਂ 'ਤੇ ਅਵਾਰਾ ਫਿਰਨ ਲਈ ਛੱਡ ਦਿੰਦੇ ਹਾਂ, ਪਰ ਅੱਜ ਇੱਕ ਅਜਿਹੀ ਸੰਸਥਾ ਨਾਲ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਜੋ ਕਿ ਗਊਆਂ ਦੀ ਦੇਖਭਾਲ ਕਰਦੀ ਹੈ ਤੇ ਉਹਨਾਂ ਨੂੰ ਦਵਾਈ ਮੱਲਮ ਪੱਟੀ ਦਾ ਕੰਮ ਵੀ ਕਰਦੀ ਹੈ, ਤੇ ਜਿਸ ਦਾ ਨਾਮ ਹੈ ਸਟੈਪ ਔਨ ਸੁਸਾਇਟੀ। ਅੱਜ ਅਸੀਂ ਉਹਨਾਂ ਦੇ ਮੈਂਬਰਾਂ ਨਾਲ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ। ਬਾਈ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ। ਸਤਿ ਸ਼੍ਰੀ ਅਕਾਲ ਬਾਈ ਜੀ। ਹਰਜੀਤ ਜੀ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਸਵਾਗਤ ਹੈ ਸਾਡੇ ਗਊ ਧਾਮ ਹਸਪਤਾਲ ਦੇ ਵਿੱਚ, ਜੋ ਤੁਸੀਂ ਅੱਜ ਸਪੈਸ਼ਲ ਪਹੁੰਚੇ ਹੋ ਸਾਡੀ ਸੇਵਾ ਨੂੰ ਹੰਭਲਾ ਮਾਰਨ ਲਈ, ਦਰਸ਼ਕਾਂ ਨੂੰ ਦੱਸਣ ਵਾਸਤੇ ਕਿ ਇਹ ਸੇਵਾ ਕਿਸ ਤਰ੍ਹਾਂ ਦੀ ਕਿਵੇਂ ਕੀਤੀ ਜਾਂਦੀ ਹੈ, ਕਿਸ ਤਰ੍ਹਾਂ ਸ਼ਹਿਰ ਵਾਸੀਆਂ ਦਾ ਸਹਿਯੋਗ ਲਿਆ ਜਾਂਦਾ ਹੈ। ਬਾਈ ਇਹ ਦੇਖਿਆ ਜਾਵੇ ਬਹੁਤ ਹੀ ਪੁੰਨ ਦਾ ਤੁਸੀਂ ਕੰਮ ਕਰ ਰਹੇ ਹੋ, ਬਹੁਤ ਹੀ ਵਧੀਆ ਕੰਮ ਕਰ ਰਹੇ ਹੋ। ਤੇ ਇਹਦੀ ਤੁਹਾਨੂੰ ਵੀ ਆਈਡੀਆ ਕਿੱਥੋਂ ਆਇਆ, ਜਾਂ ਫਿਰ ਤੁਸੀਂ ਇਹ ਵਿਲੱਖਣ ਜਿਹਾ ਕੰਮ ਕਿੱਥੋਂ ਚੁਣਿਆ? ਕਿਉਂਕਿ ਅੱਜ ਕੱਲ੍ਹ ਟਾਈਮ ਨਹੀਂ ਹੈਗਾ ਕਿਸੇ ਪਾਸ, ਸਾਰੇ ਆਪਦੇ ਕੰਮਾਂ ਕਾਰਾਂ 'ਚ ਬਿਜੀ ਹੁੰਦੇ ਨੇ, ਤੇ ਤੁਸੀਂ ਕਿੰਨਾ ਟਾਈਮ ਕੱਢ ਲੈਂਦੇ ਹੋ? ਤੇ ਸੁਸਾਇਟੀ ਦੇ ਇੱਦਾਂ ਸਟੈਪ ਔਨ ਸੁਸਾਇਟੀ NGO ਦੀ ਸ਼ੁਰੂਆਤ ਕਿੱਦਾਂ ਹੋਈ, ਤੇ ਆਪਣੇ ਮੈਂਬਰਾਂ ਬਾਰੇ ਵੀ ਸਾਨੂੰ ਜਾਣਕਾਰੀ ਦਿਓ ਜੀ। ਸਭ ਤੋਂ ਪਹਿਲਾਂ ਤਾਂ ਮੈਂ ਦੱਸਾਂਗਾ ਸਾਡੀ NGO ਸਟਾਰਟ ਕਿੱਦਾਂ ਹੋਈ। ਸਾਡੀ NGO 'ਚ ਅਸੀਂ ਵੱਖ-ਵੱਖ ਏਰੀਏ ਤੋਂ ਇਕੱਠੇ ਹੋਏ ਦੋਸਤ ਮਿੱਤਰ, ਇੱਕ ਦੂਜੇ ਨਾਲ ਜਾਣ ਪਛਾਣ ਵਾਲੇ ਬੰਦੇ ਆ। ਅਸੀਂ ਸੰਨ 2003 ਦੇ ਵਿੱਚ ਸਭ ਤੋਂ ਪਹਿਲਾਂ ਸੇਵਾ ਕਰਨੀ ਸ਼ੁਰੂ ਕੀਤੀ। ਪਹਿਲਾਂ ਅਸੀਂ 2-2 3-3 ਜਿਸ ਤਰ੍ਹਾਂ ਦੋਸਤ ਹੁੰਦੇ, ਵੱਖ-ਵੱਖ ਸੇਵਾ ਕਰਨਾ ਸਾਡੀ ਇੱਕ ਜਜ਼ਬਾ ਸੀ, ਇੱਕ ਸ਼ੌਂਕ ਸੀ ਵੀ ਅਸੀਂ ਸਮਾਜ ਲਈ ਕੁਛ ਕਰਨਾ ਚਾਹੁੰਦੇ ਹਾਂ। ਫਿਰ ਅਸੀਂ ਸਾਰੇ ਦੋਸਤਾਂ ਨੇ ਇਕੱਠੇ ਹੋ ਕੇ 2007 ਦੇ ਵਿੱਚ ਇੱਕ ਸਟੈਪ ਔਨ ਸੁਸਾਇਟੀ ਨਾਮ ਤੋਂ ਸੰਸਥਾ ਰਜਿਸਟਰ ਕਰਵਾਈ, ਜਿਸ ਦਾ ਪੂਰਾ ਨਾਮ ਹੈ ਸਟੱਡੀ ਟੂ ਐਜੂਕੇਟ ਪੂਅਰ ਫॉर अदर नोशनज। साडा मतलब सी एक यह जी संस्था खड़ी करना जिथे विच साडे शहर दे साडे समाज दे बहुत ही होनहार योग ते हुशियार विद्यार्थियों नूं एजुकेशन दिवाना, जिहड़े पढ़ना चाहते हैं, इंटैलीजेंट ने, जिंदगी कुछ करना चाहते हैं साडे देश वास्ते, साडे समाज वास्ते, पर उन्हां कोल पढ़ाई दा साधन नहीं सी। तां उत्थों साडी संस्था चली कि असीं इहो जिहे विद्यार्थियों नूं शहर दे विच चुन के विद्यक योग्यता लई ਅਸੀਂ ਇਹਨਾਂ ਨੂੰ ट्यूशन भी दिवावांगे, स्कूलों च फीसां भी भरांगे, तां जो जिंदगी च अगे वध सकण ते कामयाब हो सकण। ਹਾਂਜੀ ਜੀ। ਤੇ ਇਸ ਤੋਂ ਬਾਅਦ ਅਸੀਂ ਫਿਰ ਅਦਰ ਨੋਸ਼ਨ ਸਮਾਜ ਦੇ ਖੇਤਰ ਦੇ ਵਿੱਚ ਅਸੀਂ ਹੋਰ ਵੱਖ-ਵੱਖ ਸੇਵਾਵਾਂ ਦੇਣੀਆਂ ਨੇ। ਸਾਨੂੰ ਕੋਈ ਵੀ ਖੇਤਰ ਹੋਵੇ, ਜਿਸ ਤਰ੍ਹਾਂ ਅਸੀਂ ਮੈਡੀਕਲ ਸਹੂਲਤਾਂ ਦੇ ਵਿੱਚ ਵੀ ਕੰਮ ਕੀਤਾ, ਅਸੀਂ ਅੱਗੇ ਜਾ ਕੇ ਗਊ ਧਾਮ ਦਾ ਵੀ ਕੰਮ ਕੀਤਾ, ਸਾਨੂੰ ਵਿਆਹ ਸ਼ਾਦੀਆਂ ਦਾ ਕੰਮ ਕੀਤਾ। ਜਿਸ ਤਰ੍ਹਾਂ ਸ਼ਹਿਰ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਸਾਫ਼ ਸਫਾਈ ਦਾ ਅਭਿਆਨ, ਥਾਂ ਪੇਂਟ ਕਰਵਾਉਣਾ, ਬ੍ਰਿਕਸ਼ਾਂ ਨੂੰ ਪੇਂਟ ਕਰਵਾਉਣਾ, ਹਰੇ ਪੌਦੇ ਲਾਉਣਾ, ਟਰੀ ਗਾਰਡ ਲਾਉਣਾ, ਵੀ ਜਿੰਨਾ ਵੀ ਹੋ ਸਕਦਾ ਅਸੀਂ ਆਪਦੇ ਦੇਸ਼ ਦੇ, ਆਪਦੇ ਸ਼ਹਿਰ ਦੇ ਵਾਤਾਵਰਨ ਦੇ ਵਿੱਚ ਹਰ ਖੇਤਰ ਵਿੱਚ ਸਹਿਯੋਗ ਪਾ ਸਕੀਏ। ਇਸ ਤਰ੍ਹਾਂ ਅਸੀਂ ਮਿੱਤਰਾਂ ਨੇ ਇੱਕ ਸੰਸਥਾ ਸ਼ੁਰੂ ਕੀਤੀ, ਸਟੈਪ ਔਨ ਸੁਸਾਇਟੀ ਰਜਿਸਟਰਡ ਧੂਰੀ। ਵੀਰੇ ਹੁਣ ਤੱਕ ਕਿੰਨੇ ਮੈਂਬਰ ਤੁਹਾਡੇ ਨਾਲ ਜੁੜ ਚੁੱਕੇ ਨੇ, ਜਾਂ ਫਿਰ ਤੁਸੀਂ ਪ੍ਰਧਾਨ ਕੌਣ ਹੋ, ਤੇ ਇਹਦਾ ਸੈਕਟਰੀ ਵਗੈਰਾ ਕਿੱਦਾਂ ਬਿਆਨਤਬੰਦੀ ਬਣਾਈ ਹੋਈ ਆ ਤੁਸੀਂ ਆਪਣੀ?
ਪਹਿਲਾਂ ਤਾਂ ਮੈਂ ਭਰਾ ਜੀ ਤੁਹਾਨੂੰ ਇੱਕ ਗੱਲ ਜ਼ਰੂਰ ਕਹੂੰਗਾ ਵੀ ਇਹਦਾ ਪ੍ਰਧਾਨ ਸਾਡਾ ਸ਼ਹਿਰ ਆ, ਕਿਉਂਕਿ ਕੋਈ ਵੀ ਸੰਸਥਾ ਉਹ ਕੋਈ ਇੱਕ ਬੰਦਾ ਜਾਂ ਦੋ ਬੰਦਾ ਨਹੀਂ ਚਲਾ ਸਕਦਾ। ਸੰਸਥਾ ਦਾ ਮਤਲਬ ਲੋਕਾਂ ਦਾ ਸਮੂਹ ਜੋ ਇੱਕ ਸੇਵਾ ਕਰਨ ਦਾ ਜਜ਼ਬਾ ਰੱਖਦਾ। ਜੇ ਮੈਂ ਕਹਾਂ ਵੀ ਮੈਂ ਪ੍ਰਧਾਨ ਆ ਜਾਂ ਮੇਰਾ ਭਰਾ ਪ੍ਰਧਾਨ ਆ, ਕੋਈ ਪ੍ਰਧਾਨ ਨਹੀਂ ਹੈ ਜੀ, ਕਿਉਂਕਿ ਜੋ ਇਹ ਸੇਵਾ ਚੱਲ ਰਹੀ ਹੈ ਬਹੁਤ ਵੱਡੇ ਲੈਵਲ ਦੀ ਸੇਵਾ, ਕਿਉਂਕਿ ਅਸੀਂ ਇਕੱਲੇ ਸੋਚ ਵੀ ਨਹੀਂ ਸਕਦੇ, ਨਾ ਸਾਡੇ 'ਚ ਇੰਨੀ ਹਿੰਮਤ ਤੇ ਹੌਸਲਾ। ਇਹ ਹੌਸਲਾ ਦੇਣ ਵਾਲੇ, ਹਿੰਮਤ ਦੇਣ ਵਾਲੇ ਤੇ ਇਸ ਸੇਵਾ ਨੂੰ ਉਰੇ ਪਹੁੰਚਾਉਣ ਵਾਲੇ ਮੇਰੇ ਪਿਆਰੇ ਸ਼ਹਿਰ ਨਿਵਾਸੀ ਨੇ, ਜੋ ਸਾਡੀ ਇੱਕ ਬੋਲ ਦੇ ਉੱਪਰ ਇਸ ਤਰ੍ਹਾਂ ਇਕੱਠੇ ਹੋ ਜਾਂਦੇ ਨੇ, ਇਸ ਤਰ੍ਹਾਂ ਸਹਿਯੋਗ ਦਿੰਦੇ ਨੇ, ਸਾਨੂੰ ਕੋਈ ਕੰਮ ਕਰਨਾ ਔਖਾ ਨਹੀਂ ਲੱਗਦਾ। ਹਾਂ, ਇਹ ਗੱਲ ਤੁਹਾਡੀ ਜ਼ਰੂਰ ਸਹੀ ਹੈ ਕਿ ਕੋਈ ਵੀ ਸੰਸਥਾ ਜਦੋਂ ਕੋਈ ਕੰਮ ਕਰਦੀ ਆ ਤਾਂ ਉੱਥੇ ਸਰਕਾਰਾਂ ਲਈ ਜਾਂ ਹੋਰ ਲਈ ਇੱਕ ਰੁਤਬੇ ਬਣਾਉਣੇ ਪੈਂਦੇ ਨੇ। ਇੱਕ ਸਿਰਫ ਨਾਮ ਦੀਆਂ ਪੋਸਟਾਂ ਨੇ, ਪਰ ਸਾਡੇ ਮੈਂਬਰਾਂ ਵਿੱਚ ਕੋਈ ਰੁਤਬੇ ਨੂੰ ਲੈ ਕੇ, ਕੋਈ ਪੋਸਟ ਨੂੰ ਲੈ ਕੇ ਕੋਈ ਸੇਵਾ ਨਹੀਂ। ਅਸੀਂ ਸਾਰੀ ਸੇਵਾਦਾਰ ਆ ਤੇ ਪ੍ਰਧਾਨ ਸਾਡਾ ਸ਼ਹਿਰ ਆ। ਬਾਈ ਜੀ, ਜਿਵੇਂ ਹੁਣ ਤੁਸੀਂ ਇਹ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ, ਟਾਈਮ ਦੀ ਬਹੁਤ ਸ਼ਾਰਟੇਜ ਹੁੰਦੀ ਹੈ ਕਿਉਂਕਿ ਸਾਰੇ ਤੁਸੀਂ ਬਿਜ਼ਨਸਮੈਨ ਬੰਦੇ ਹੋ, ਤੇ ਕਦੇ ਐਦਾਂ ਨਹੀਂ ਮਨ ਚ ਆਇਆ ਵੀ ਆਹ ਕੀ ਪੰਗਾ ਲੈ ਬੈਠੇ ਜਾਂ ਕੁਛ, ਜਾਂ ਫਿਰ ਟਾਈਮ ਕੱਢ ਲਿਓ, ਮੇਨਟੇਨ ਬੈਲੈਂਸ ਬਣਾਈ ਰੱਖਦੇ ਹੋ? ਬਈ ਜੀ ਇੱਕ ਇਮਾਨਦਾਰੀ ਦੀ ਗੱਲ ਦੱਸਦੇ ਆ ਵੀ ਜਿੰਨਾ ਟਾਈਮ ਅਸੀਂ ਉਰੇ ਕੱਢਦੇ ਆ, ਜੇ ਅਸੀਂ ਕੰਮਾਂ ਨੂੰ ਛੱਡ ਕੇ ਟਾਈਮ ਕੱਢਦੇ ਤਾਂ ਪਤਾ ਨਹੀਂ ਕੀ ਕਿਰਪਾ ਗਊ ਮਾਤਾ ਇਹ ਸ਼ਹਿਰ ਨਿਵਾਸੀਆਂ ਸਾਡਾ ਆਸ਼ੀਰਵਾਦ ਸਾਡੇ ਸਿਰ ਤੇ। ਜੇ ਕੋਈ ਕੰਮ ਛੱਡ ਕੇ ਅਸੀਂ ਪਹੁੰਚਦੇ ਆ, ਸਾਡੇ ਕੰਮ ਵੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਨੇ ਤੇ ਫੁੱਲ ਕਿਰਪਾ ਪ੍ਰਮਾਤਮਾ ਦੀ, ਗਊ ਮਾਤਾ ਦੀ, ਕਿ ਸਾਡੇ ਕੰਮ 'ਚ ਕੋਈ ਅੜਚਨ ਨਹੀਂ ਆਈ। ਹਾਂ, ਤੁਹਾਡੀ ਗੱਲ ਸੋਚ ਆ ਕਿ ਇਨਸਾਨ ਆ, ਇਨਸਾਨੀ ਸੋਚ ਹੋ ਜਾਂਦੀ ਆ ਵੀ ਯਾਰ ਮੈਂ ਆਪਦਾ ਕੰਮ ਛੱਡ ਕੇ ਨੁਕਸਾਨ ਕਰਕੇ ਕਿਉਂ ਜਾਵਾਂ, ਪਰ ਉਰੇ ਆ ਕੇ ਸਾਡੇ ਨੁਕਸਾਨ ਨਹੀਂ, ਸਾਡੇ ਫਾਇਦੇ ਹੁੰਦੇ ਨੇ। ਸਾਡੇ ਤੋਂ ਬਿਨਾਂ ਸਾਡਾ ਵੀ ਕੋਈ ਸ਼ਹਿਰ ਦਾ ਪੀਰ ਭਾਈ ਉਰੇ ਜੋ ਵੀ ਸੋਚ ਲੈ ਕੇ ਆਂਦਾ, ਜੋ ਵੀ ਸੁਪਨਾ ਲੈ ਕੇ ਆਂਦਾ ਤੇ ਗਊ ਮਾਤਾ ਦੇ ਚਰਨਾਂ 'ਚ ਅਰਜ਼ ਲਾ ਕੇ ਜਾਂਦਾ, ਉਹ ਸਾਰੀਆਂ ਅਰਜ਼ਾਂ ਵੀ ਪੂਰੀਆਂ ਹੁੰਦੀਆਂ ਨੇ ਤੇ ਕੰਮ ਦਾ ਤੁਹਾਨੂੰ ਪਤਾ ਹੀ ਹੈ, ਇਹਨਾਂ ਦੀ ਦੇਣ ਆ, ਇਹਨਾਂ ਦੀ ਕਿਰਪਾ ਨਾਲ ਆਸ਼ੀਰਵਾਦ ਸਭ ਕੁਝ ਸਹੀ ਚੱਲ ਰਿਹਾ ਜੀ। ਤੇ ਵੀਰ ਜੀ, ਹੁਣ ਤੱਕ ਕੀ ਯੋਗਦਾਨ ਰਿਹਾ ਤੁਹਾਡਾ ਜਾਂ ਕੀ ਪ੍ਰਾਪਤੀਆਂ ਰਹੀਆਂ ਤੇ ਕੀ ਕੁਛ ਤੁਸੀਂ ਹੁਣ ਤੱਕ ਗਊਆਂ ਤੋਂ ਇਲਾਵਾ ਤੁਸੀਂ ਹੋਰ ਵੀ ਸਮਾਜ ਭਲਾਈ ਦੇ ਤੁਸੀਂ ਕੰਮ ਸੁਣਨ ਚ ਆਇਆ ਕਰਦੀ ਰਹਿੰਦੇ ਹੋ, ਤੁਸੀਂ ਉਹ ਆਪਦੀਆਂ ਪ੍ਰਾਪਤੀਆਂ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਪ੍ਰਾਪਤੀਆਂ ਨਹੀਂ, ਇੱਕ ਕੋਸ਼ਿਸ਼ਾਂ ਨੇ ਜੋ ਪਰਮਾਤਮਾ ਦੀ ਕਿਰਪਾ ਨਾਲ ਤੇ ਸ਼ਹਿਰ ਨਿਵਾਸੀਆਂ ਦੇ ਆਸ਼ੀਰਵਾਦ ਨਾਲ ਉਹ ਸਾਰੀਆਂ ਕੋਸ਼ਿਸ਼ਾਂ ਕਾਮਯਾਬ ਰਹੀਆਂ ਨੇ। ਸਭ ਤੋਂ ਪਹਿਲਾਂ ਸਾਡੀ ਕੋਸ਼ਿਸ਼ ਸੀ ਐਜੂਕੇਸ਼ਨ, ਸਟੱਡੀ ਟੂ ਐਜੂਕੇਟ ਪੂਅਰ, ਵੀ ਅਸੀਂ ਕੋਸ਼ਿਸ਼ ਕਰਨੀ ਆ ਹੁਸ਼ਿਆਰ ਤੇ ਇੰਟੈਲੀਜੈਂਟ ਵਿਦਿਆਰਥੀਆਂ ਨੂੰ ਵਿੱਦਿਆ ਦੇ ਵਿੱਚ ਸਹਿਯੋਗ ਦੇਣ ਦੀ। ਤਾਂ ਉਹਦੇ ਵਿੱਚ ਸਾਡੇ ਹਰ ਇੱਕ ਸਕੂਲ ਦੇ ਵਿੱਚ ਸਾਡੇ ਫੀਸਾਂ ਜਾਂਦੀਆਂ ਸੀਗੀਆਂ ਮਹੀਨੇ ਦਰ ਮਹੀਨੇ, ਜਿਹੜੇ ਬੱਚੇ ਪੜ੍ਹਨ ਦੀ ਇੱਛਾ ਸੀ। ਦੂਜੇ ਨੰਬਰ 2 ਤੇ ਸਾਡੇ ਇੱਕ ਪਿੱਛੇ ਕੁਝ ਸਾਲਾਂ ਤੋਂ ਤੁਸੀਂ ਫੇਸਬੁੱਕ ਸਟੈਪ ਔਨ ਸਟੱਡੀ ਦੇ ਪੇਜ ਤੇ ਜਾ ਕੇ ਦੇਖ ਸਕਦੇ ਹੋ। ਇੱਕ 2.5 ਸਾਲਾਂ ਦੀ ਬੱਚੀ ਸੀ ਜੋ ਬੈੱਡ ਤੇ ਸੁੱਤੀ ਪਈ ਸੀ, ਪਾਸਾ ਲੈਣ ਲੱਗੇ ਥੱਲੇ ਗਿਰ ਗਈ ਸੀ ਤੇ ਉਹਦੇ ਜੋ ਸਿਰ ਦੇ ਵਿੱਚ ਹੱਡੀ ਆ ਉਹਦੇ ਕਾਫੀ ਡੈਮੇਜ ਹੋ ਗਈ ਸੀ। ਉਹਦਾ ਦੀਪ ਹਸਪੀਟਲ ਦੇ ਵਿੱਚ ਸਾਡੀ ਸੰਸਥਾ ਵੱਲੋਂ ਮੂਹਰੇ ਸਾਡੀ ਸੰਸਥਾ ਦੇ ਪਰ ਸਹਿਯੋਗ ਫਿਰ ਤੋਂ ਮੈਂ ਕਹਿੰਦਾ ਸਾਰੇ ਸ਼ਹਿਰ ਨਿਵਾਸੀਆਂ ਦਾ ਸੀ, ਉਹਦਾ ਇਲਾਜ ਕਰਵਾਇਆ ਗਿਆ। ਫਿਰ ਸਾਡੀ ਇੱਕ 8 ਸਾਲ ਦੀ ਗੁੜੀਆ ਬੇਟੀ ਸੀਗੀ ਆਪਣੇ ਧੂਰੀ ਸ਼ਹਿਰ ਦੇ ਵਿੱਚ, ਜਿਨ੍ਹਾਂ ਦਾ ਕਰੋਨਾ ਕਾਲ ਦੇ ਵਿੱਚ ਪੀਜੀਆਈ ਲੈ ਕੇ ਸਾਡੀ ਸੰਸਥਾ ਵੱਲੋਂ ਸ਼ਹਿਰ ਦੇ ਨਿਵਾਸੀਆਂ ਦੇ ਸਹਿਯੋਗ ਨਾਲ ਉਹਨਾਂ ਦਾ ਇਲਾਜ ਕਰਾਇਆ ਗਿਆ। ਬਾਕੀ ਸਾਡੇ ਵੱਲੋਂ ਬਸਤੀਆਂ ਦੇ ਵਿੱਚ ਅਲੱਗ-ਅਲੱਗ ਥਾਵਾਂ ਜਾ ਕੇ ਸਰਕਾਰੀ ਹਸਪਤਾਲ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਵੀ ਲਗਾਏ ਗਏ ਨੇ। ਇਸ ਤੋਂ ਬਿਨਾਂ ਅਸੀਂ ਵਿੱਦਿਆ ਖੇਤਰ ਦੇ ਵਿੱਚ ਜਿਸ ਸਾਇੰਸ ਫੇਅਰ, ਇੱਕ ਰਿਟਨ ਟੈਸਟ, ਜਨਰਲ ਨੌਲੇਜ ਟੈਸਟ, ਤਾਂ ਜੋ ਅਸੀਂ ਬੱਚਿਆਂ ਨੂੰ ਅੱਗੇ ਜੋ ਕੰਪੀਟੀਸ਼ਨ ਐਗਜ਼ਾਮ ਹੁੰਦੇ ਨੇ +2 ਤੋਂ ਬਾਅਦ ਜ਼ਿੰਦਗੀ 'ਚ ਅੱਗੇ ਵਧਣ ਵਾਸਤੇ, ਉਹਨਾਂ ਟ੍ਰਾਇਲ ਬੇਸਿਸ ਤੇ ਅਸੀਂ ਨੇ ਟੈਸਟ ਵੀ ਕਰਵਾਏ ਨੇ। ਟਿਊਸ਼ਨ ਜੋ ਵੀ ਅਸੀਂ ਆਰੀਆ ਸਕੂਲ ਦੇ ਵਿੱਚ ਆਪਦੇ ਵੱਲੋਂ ਟੀਚਰ ਹਾਇਰ ਕਰਕੇ ਵੱਖ-ਵੱਖ ਸਕੂਲਾਂ ਦੇ ਵਿੱਚ ਪਰਸਨਲੀ ਜਾ ਕੇ ਵੀ ਜੋ ਬੱਚੇ ਟਿਊਸ਼ਨ ਲੈਣਾ ਚਾਹੁੰਦੇ ਨੇ ਪਰ ਫੀਸ ਨਹੀਂ ਦੇ ਸਕਦੇ, ਉਰੇ ਆ ਕੇ ਸਾਡੇ ਕੋਲ ਫ੍ਰੀ ਆਫ ਕੋਸਟ ਤੁਸੀਂ ਪੜ੍ਹ ਸਕਦੇ ਹੋ। ਵਿੱਦਿਆ ਖੇਤਰ ਦੇ ਵਿੱਚ ਸ਼ਹਿਰ ਦੇ ਵਿੱਚ ਸਾਡਾ ਇੱਕ ਨਾਰਾ ਸੀ, ਸਾਡਾ ਧੂਰੀ ਸਭ ਤੋਂ ਸੋਹਣਾ। ਤੁਸੀਂ ਦੇਖਿਓ ਦਾਣਾ ਮੰਡੀ ਦੇ ਵਿਚਕਾਰ ਜੋ ਡਿਵਾਈਡਰ ਬਣਿਆ ਹੋਇਆ, ਉਸ ਡਿਵਾਈਡਰ ਨੂੰ ਸਾਡੇ ਵੱਲੋਂ ਪੇਂਟ ਕਰਾਇਆ ਗਿਆ ਸੀ, ਉੱਥੇ ਪੌਦੇ ਲਗਾਏ ਗਏ ਸੀ, ਟਰੀ ਗਾਰਡ ਲਗਾਏ ਗਏ ਸੀ। ਸੰਗਰੂਰ ਵਾਲੀ ਕੋਠੀ ਦੇ ਜੋ ਤੁਸੀਂ ਅੰਦਰ ਐਂਟਰ ਕਰੋਗੇ, ਜਿੰਨਾ ਪੇਂਟ ਸਿਨਰੀਆਂ ਬਣੀਆਂ ਹੋਈਆਂ ਸੀ ਉਹ ਸਾਡੀ ਸੰਸਥਾ ਵੱਲੋਂ ਬਣਵਾਈਆਂ ਗਈਆਂ ਸੀ। ਤੇ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਤੇ ਨਿਵਾਸੀਆਂ ਨੂੰ ਅਸੀਂ ਕਿਹਾ ਹੋਇਆ ਸੀ, ਅਗਰ ਕੋਈ ਵੀ ਬੰਦਾ ਪੌਦਾ ਪਾਲਣ ਦੀ ਜ਼ਿੰਮੇਵਾਰੀ ਲੈਂਦਾ ਸਾਨੂੰ ਬੁਲਾਓ, ਅਸੀਂ ਬੂਟਾ ਫ੍ਰੀ ਲੈ ਕੇ ਜਾਵਾਂਗੇ, ਬੂਟਾ ਵੀ ਲਾਵਾਂਗੇ ਤੇ ਕੁਛ ਸਹਿਯੋਗ ਦੇ ਕੇ ਉੱਥੇ ਟਰੀ ਗਾਰਡ ਵੀ ਲਗਾਵਾਂਗੇ, ਤਾਂ ਜੋ ਸਾਡਾ ਸ਼ਹਿਰ ਹਰਿਆ ਭਰਿਆ ਤੇ ਸੁੰਦਰ ਦਿਖ ਸਕੇ। ਇਸ ਤੋਂ ਇਲਾਵਾ ਵੀ ਸਾਡੇ ਸ਼ਹਿਰ ਦੇ ਵਿੱਚ ਅਸੀਂ ਵੱਖ-ਵੱਖ ਕੰਮ ਕੀਤੇ ਗਏ ਨੇਗੇ। ਜਿਸ ਤਰ੍ਹਾਂ ਕਿ ਤੁਸੀਂ ਦੇਖਿਓ ਵੀ ਜਿਸ ਤਰ੍ਹਾਂ ਕਿ ਸਾਡੇ ਰਿਸ਼ਤੇਦਾਰ ਭੈਣ ਭਾਈ ਬਾਹਰੋਂ ਆਉਂਦੇ ਆ ਤਾਂ ਉਹਨਾਂ ਨੂੰ ਸ਼ਹਿਰ ਦੀਆਂ ਗਲੀਆਂ ਦੇ ਵਿੱਚ, ਮੁਹੱਲਿਆਂ ਦੇ ਵਿੱਚ ਆਪਣੇ ਘਰ ਲੱਭਣੇ ਮੁਸ਼ਕਿਲ ਹੁੰਦੇ ਸੀ, ਤਾਂ ਉਸ ਦੀ ਤਰਜ਼ ਦੇ ਉੱਪਰ ਸਾਡੀ ਸੰਸਥਾ ਵੱਲੋਂ ਗਲੀਆਂ ਦੇ ਨੁੱਕਰ ਦੇ ਉੱਪਰ ਨੇਮ ਪਲੇਟ ਲਗਾ ਕੇ ਲਗਾਈਆਂ ਗਈਆਂ ਸੀ, ਜਿਸ ਉੱਪਰ ਗਲੀ ਦਾ ਨਾਮ, ਮੁਹੱਲੇ ਦਾ ਨਾਮ ਤੇ ਗਲੀ ਨੰਬਰ ਲਿਖ ਕੇ ਲਗਾਏ ਗਏ ਸੀਗੇ। ਇਸ ਤਰ੍ਹਾਂ ਹੀ ਗਰਮੀਆਂ ਦੇ ਵਿੱਚ ਵੀ ਸਾਡੇ ਸੰਸਥਾ ਦੇ ਮੈਂਬਰਾਂ ਵੱਲੋਂ ਘਰ ਘਰ ਜਾ ਕੇ ਡੋਰਬੈਲ ਵਜਾ ਕੇ ਪੰਛੀਆਂ ਦੇ ਪੀਣ ਲਈ ਪਾਣੀ ਵਾਲੇ ਭਾਂਡੇ ਵੰਡੇ ਜਾਂਦੇ ਸੀ, ਤਾਂ ਜੋ ਬੇਜਵਾਨ ਜੋ ਪੰਛੀ ਹੁੰਦੇ ਨੇ ਗਰਮੀਆਂ ਦੇ ਵਿੱਚ ਪਾਣੀ ਕਿਹਨੂੰ ਤਰਸਦੇ ਨੇ, ਵੀ ਪੁੰਨ ਦਾ ਪੁੰਨ ਤੇ ਸੇਵਾ ਦੀ ਸੇਵਾ, ਤਾਂ ਅਸੀਂ ਘਰ ਘਰ ਜਾ ਕੇ ਫ੍ਰੀ ਆਫ ਕੋਸਟ ਭਾਂਡੇ ਵੀ ਵੰਡੇ ਸੀਗੇ। ਇੱਕ ਗੱਲ ਮੈਂ ਵੀ ਮੈਂਸ਼ਨ ਕਰਨਾ ਚਾਹੁੰਦਾ ਇਹਨਾਂ ਬਾਰੇ, ਤੇ ਸ਼ਾਇਦ ਇਹ ਆਪਦਾ ਹੀ ਕੀਤੇ ਹੋਏ ਵਧੀਆ ਕੰਮਾਂ ਨੂੰ ਭੁੱਲ ਰਹੇ ਨੇ। ਇੱਕ ਪਿੱਛੇ ਜੇ ਬਸੰਤ ਪੰਚਮੀ ਲੰਘ ਕੇ ਹਟਿਆ, ਜਿੱਥੋਂ ਤੱਕ ਚਾਈਨਾ ਡੋਰ ਦਾ ਬਹੁਤ ਹੀ ਚੱਲਿਆ ਸੀ, ਸਰਕਾਰ ਨੇ ਵੀ ਬੈਨ ਲਗਾਇਆ ਸੀ ਇਸ ਤੇ। ਬਾਈਆਂ ਨੇ ਉਸ ਤੋਂ ਇੱਕ ਦਿਨ ਬਾਅਦ
ਆਪਦੀ ਸੁਸਾਇਟੀ ਦੇ ਮੈਂਬਰਾਂ ਨਾਲ ਮਿਲ ਕੇ ਗਲੀ ਗਲੀ ਦੇ ਵਿੱਚੋਂ ਚਾਈਨਾ ਡੋਰ ਚੱਕੀ ਤੇ ਉਹਨੂੰ ਨਸ਼ਟ ਕੀਤਾ। ਹਾਂਜੀ ਬਾਈ ਜੀ, ਠੀਕ ਕਹਿ ਰਹੇ ਹੋ? ਬਿਲਕੁਲ ਸਹੀ ਕਹਿ ਰਹੇ ਹੋ ਹਰਜੀਤ ਜੀ। ਬਾਕੀ ਤੁਹਾਡੇ ਵਰਗੇ ਭਰਾਵਾਂ ਦਾ ਸਾਥ ਹੈ ਜੀ, ਕਿਉਂਕਿ ਸੇਵਾਵਾਂ ਗਿਣ ਕੇ ਨਹੀਂ ਕੀਤੀਆਂ ਜਾਂਦੀਆਂ। ਤੁਹਾਡੇ ਭਰਾਵਾਂ ਦਾ ਹੌਸਲਾ, ਪਲਾਹਵੀ ਦਾ ਹੌਸਲਾ, ਤਾਂ ਸਾਡੀਆਂ ਸੇਵਾ ਨੂੰ ਤੁਸੀਂ ਸਮਾਜ ਦੇ ਵੱਖ-ਵੱਖ ਲੋਕਾਂ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹੋ। ਅਸੀਂ ਚਾਈਨਾ ਡੋਰ ਦੇ ਵਾਸਤੇ 3-4 ਦਿਨ ਪਹਿਲਾਂ ਸ਼ਹਿਰ ਦੇ ਵਿੱਚ ਫਲੈਕਸਾਂ ਵੀ ਲਵਾਈਆਂ ਸੀ, ਪਰਚੇ ਵੀ ਵੰਡੇ ਸੀ, ਐਸਡੀਐਮ ਸਾਹਿਬ ਨੂੰ ਬੁਲਾ ਕੇ, ਡਿਪਟੀ ਸਾਹਿਬ ਨੂੰ ਬੁਲਾ ਕੇ ਲੋਕਾਂ ਨੂੰ ਸੰਦੇਸ਼ ਤੇ ਅਪੀਲ ਵੀ ਕੀਤੀ ਸੀ ਵੀ ਚਾਈਨਾ ਡੋਰ ਦੀ ਵਰਤੋਂ ਤੋਂ ਬਚੋ, ਕਿਉਂਕਿ ਚਾਈਨਾ ਡੋਰ ਇਕੱਲੇ ਇਨਸਾਨ ਲਈ ਨਹੀਂ, ਬੇਜਵਾਨ ਪਸ਼ੂ ਪੰਛੀਆਂ ਲਈ ਵੀ ਘਾਤਕ ਸਿੱਧ ਹੋ ਰਹੀ ਹੈ। ਜਿਸ ਡੋਰ ਨਾਲ ਅਸੀਂ ਪਤੰਗ ਚੜਾ ਰਹੇ ਹਾਂ, ਕੱਲ ਨੂੰ ਇਹ ਸਾਡੇ ਹੀ ਗਲ ਦੇ ਵਿੱਚ ਪੈ ਕੇ ਸਾਨੂੰ ਹੀ ਹਾਸਾਗ੍ਰਸਤ ਕਰਕੇ ਰੋਗੀ ਬਣਾ ਸਕਦੀ ਸੀ, ਕਿਉਂਕਿ ਉਸ ਨੂੰ ਨਹੀਂ ਪਤਾ ਵੀ ਜਿਸ ਗਲ ਦੇ ਵਿੱਚ ਪੈ ਰਹੀ ਹੈ ਕਿ ਉਹੀ ਮੈਨੂੰ ਖਰੀਦ ਕੇ ਲੈ ਕੇ ਆਪਦੇ ਐਂਟਰਟੇਨਮੈਂਟ ਦੇ ਸਾਧਨ ਲਈ ਵਰਤੋਂ ਕਰ ਰਿਹਾ ਸੀ। ਬਈ ਜੇ ਦੇਖਿਆ ਜਾਵੇ, ਐਡੀ ਵੱਡੀ ਸੰਸਥਾ ਨੂੰ ਚਲਾਉਣਾ ਕੋਈ ਖਾਲਾ ਜੀ ਦਾ ਬਾੜਾ ਤਾਂ ਹੈ ਨਹੀਂ। ਇਹਦੇ ਲਈ ਬਜਟ ਦੀ ਵੀ ਬਹੁਤ ਲੋੜ ਪੈਂਦੀ ਆ। ਸਰਕਾਰਾਂ ਤੋਂ ਕੋਈ ਆਫਰ ਆਉਂਦੀ ਆ ਜਾਂ ਸਹਾਇਤਾ ਮਿਲਦੀ ਆ, ਜਾਂ ਫਿਰ ਤੁਸੀਂ ਆਪਦੇ ਦਮ ਤੇ ਬਲਬੂਤੇ ਤੇ ਤੁਸੀਂ ਇਸ ਸੰਸਥਾ ਨੂੰ ਚਲਾ ਰਹੇ ਹੋ? ਜਿਹੜੀ ਇਹ ਸੰਸਥਾ ਚੱਲ ਰਹੀ ਹੈ ਜੀ, ਇਹ ਅਸਲ 'ਚ ਸਾਡੇ ਸ਼ਹਿਰ ਦੇ ਸਹਿਯੋਗ ਨਾਲ ਹੀ ਚੱਲ ਰਹੀ ਆ। ਜਿਵੇਂ ਜਿਵੇਂ ਅਸੀਂ ਕੰਮ ਅੱਗੇ ਵਧਾਈ ਜਾ ਰਹੇ ਹਾਂ, ਸਾਡੇ ਸ਼ਹਿਰ ਦਾ ਸਹਿਯੋਗ ਮਿਲੀ ਜਾ ਰਿਹਾ, ਸਾਡਾ ਕੰਮ ਚੱਲੀ ਜਾ ਰਿਹਾ। ਅਸੀਂ ਪਾਰਟਿਕੂਲਰ ਕਦੇ ਵੀ ਸੋਚ ਕੇ ਨਹੀਂ ਕੰਮ ਕੀਤਾ ਵੀ ਸਾਡੇ ਕੋਲ ਪੈਸੇ ਹੈ ਨਹੀਂ, ਅਸੀਂ ਕੰਮ ਨਾ ਕਰੀਏ। ਸਾਡਾ ਤਾਂ ਇੱਕੋ ਹੀ ਚੀਜ਼ ਹੈ ਵੀ ਅੱਗੇ ਵਧੀ ਚਲੋ, ਪ੍ਰਮਾਤਮਾ ਆਪੇ ਰਸਤਾ ਬਣਾਉਂਦਾ ਜਾਊਗਾ। ਸਾਨੂੰ ਜਦੋਂ ਵੀ ਕੋਈ ਜ਼ਰੂਰਤ ਹੁੰਦੀ ਆ, ਅਸੀਂ ਇੱਕ ਅਪੀਲ ਕਰਦੇ ਹਾਂ ਸਾਡੇ ਸ਼ਹਿਰ ਨਿਵਾਸੀਆਂ ਨੂੰ, ਉਹ ਹਰ ਪਲ ਸਾਡੇ ਨਾਲ ਮੋਢਾ ਜੋੜ ਕੇ ਖੜੇ ਜਾਂਦੇ ਨੇ ਤੇ ਅਸੀਂ ਆਪਦੀ ਸੇਵਾ ਜਾਰੀ ਰੱਖਦੇ ਹਾਂ। ਹਾਂ, ਜੋ ਗੱਲ ਸਰਕਾਰ ਦੀ ਆ, ਹਜੇ ਤੱਕ ਅਸੀਂ ਸਰਕਾਰ ਤੋਂ ਕੋਈ ਵੀ ਫੰਡ ਨਹੀਂ ਲਿਆ, ਨਾ ਹੀ ਅਸੀਂ ਫੰਡ ਦੀ ਕੋਈ ਝਾਕ ਕਰਦੇ ਹਾਂ, ਕਿਉਂਕਿ ਸਾਡਾ ਕੰਮ ਸੇਵਾ ਕਰਨਾ ਤੇ ਬਾਕੀ ਸਾਡੀ ਸਭ ਤੋਂ ਵੱਡੀ ਸਰਕਾਰ ਆ ਸਾਡਾ ਸ਼ਹਿਰ, ਜੋ ਹਮੇਸ਼ਾ ਸਾਡੇ ਨਾਲ ਖੜਦੀ ਹੈ। ਦੇਖਿਆ ਜਾਵੇ ਤਾਂ ਇਹ ਸਿਸਟਮ ਨੂੰ ਸੰਭਾਲਣ ਲਈ ਗਊਆਂ ਨੂੰ ਇੰਨੇ ਕਾਫੀ ਗਿਣਤੀ ਦੇ ਵਿੱਚ ਤੁਹਾਡੇ ਲਵੇ ਗਊ ਮਾਤਾ ਹੈਗੀਆਂ ਨੇ, ਇਹਨੂੰ ਮੇਨਟੇਨ ਕਰਨ ਲਈ ਤੁਹਾਡਾ ਉਰੇ ਸਟਾਫ ਵੀ ਰੱਖਿਆ ਗਿਆ ਹੋਊਗਾ, ਤੇ ਤੁਸੀਂ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਕੁਝ ਜਾਣਕਾਰੀ ਦਿਓ ਜੀ। ਬਿਲਕੁਲ ਜੀ, ਜੋ ਇਹ ਸੇਵਾ ਚੱਲ ਰਹੀ ਆ, ਇਹ ਸਾਡੇ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਵੀ ਸਾਡੇ ਕੋਲ ਕਾਫੀ ਗਊਆਂ ਨੇ, ਤੇ ਇੱਥੇ ਇਹਨੂੰ ਮੇਨਟੇਨ ਕਰਨ ਵਾਸਤੇ ਸਾਡੇ ਕੋਲ 2 ਡਾਕਟਰ ਨੇ ਜੀ। ਇੱਕ ਸਵੇਰ 9 ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਹੁੰਦੇ ਨੇ ਜੀ, ਇੱਕ ਸ਼ਾਮ ਨੂੰ 6 ਵਜੇ ਤੋਂ ਲੈ ਕੇ ਸਵੇਰ 9 ਵਜੇ ਤੱਕ ਹੁੰਦੇ ਨੇਗੇ। ਤੇ ਇਸ ਸਾਰੇ ਚੀਜ਼ ਨੂੰ ਚੰਗੀ ਤਰ੍ਹਾਂ ਸੁਚਾਰੂ ਰੂਪ ਨਾਲ ਚਲਾਉਣ ਵਾਸਤੇ ਸਾਡੇ ਕੋਲ ਇੱਕ ਮੈਨੇਜਰ ਸਾਹਿਬ ਨੇ, ਕਿਰਨ ਸਿੰਘ ਜੀ, ਜੋ ਕਿ ਪਿੰਡ ਸਾਰੋ ਤੋਂ ਨੇ। ਸਾਡੇ ਜੋ ਸੀਨੀਅਰ ਡਾਕਟਰ ਨੇ ਕ੍ਰਿਸ਼ਨ ਕੁਮਾਰ ਜੀ, ਸਾਡੇ ਉਰੇ 2 ਹੈਲਪਰ ਵੀ ਨੇ ਨਾਲ। ਜਿਸ ਤਰ੍ਹਾਂ ਕਿ ਤੁਸੀਂ ਗਊਆਂ ਦਾ ਗੋਹਾ, ਇਹਨਾਂ ਨੂੰ ਸਮੇਂ ਸਿਰ ਪਾਣੀ ਦੇ ਪਿਲਾਉਣਾ, ਇਹਨਾਂ ਨੂੰ ਸਮੇਂ ਸਿਰ ਹਰਾ ਕਰਨਾ, ਤੇ ਇਹਨਾਂ ਦੀ ਸਾਫ਼ ਸਫਾਈ ਕਰਨ ਵਾਸਤੇ ਸਾਡੇ ਕੋਲ ਉਰੇ ਸੇਵਾਦਾਰ ਵੀ ਨੇ ਨਾਲ। 2 ਡਾਕਟਰ ਦੇ ਨੇ ਜੀ, ਇੱਕ ਐਂਬੂਲੈਂਸ ਰੱਖੀ ਹੋਈ ਆ, ਇੱਕ ਮੈਨੇਜਰ ਸਾਹਿਬ ਸਾਡੇ ਕੋਲ ਰੱਖੇ ਹੋਏ ਨੇ ਜੀ। ਠੀਕ ਹੈ ਜੀ। ਤੇ ਵੀਰ ਜੀ, ਇੱਕ ਜਿੱਦਾਂ ਹੁਣ ਕੋਈ ਗਊ ਦੇ ਫੱਟੜ ਹੋ ਜਾਂਦੀ ਆ, ਜਿਵੇਂ ਹੁਣ ਧੁੰਦਾਂ ਦੇ ਵਿੱਚ ਅਕਸਰ ਐਕਸੀਡੈਂਟ ਦੇਖੇ ਜਾਂਦੇ ਸੀ, ਉਹਦੇ ਮੱਲਮ ਪੱਟੀ ਜਾਂ ਫਿਰ ਉਹਦੇ ਵਿੱਚ ਲਾਈਟਾਂ ਗਲ ਦੇ ਵਿੱਚ ਲਗਾਉਣੀਆਂ, ਸਟicker ਲਗਾਉਣੇ, ਐਦਾਂ ਦਾ ਵੀ ਕੋਈ ਜੋ ਤੁਸੀਂ ਉਪਰਾਲਾ ਕੀਤਾ? ਬਿਲਕੁਲ ਜੀ, ਬਿਲਕੁਲ ਤੁਸੀਂ ਸਹੀ ਸਵਾਲ ਪੁੱਛਿਆ, ਕਿਉਂਕਿ ਜਿਹੜੀ ਇਹ ਗੱਲ ਵਿੱਚ ਰਿਫਲੈਕਟਰ ਪਾਣੇ, ਲਮਕਾਣੇ, ਇਹ ਅਸੀਂ ਜਦੋਂ ਗਊਧਾਮ ਨਹੀਂ ਖੋਲਿਆ ਸੀ, ਗਊਧਾਮ ਖੋਲਣ ਦਾ ਸਬਬ ਕਿਸ ਤਰ੍ਹਾਂ ਬਣਿਆ। ਅਸੀਂ ਪਹਿਲਾਂ ਤੁਸੀਂ ਕਹਿ ਸਕਦੇ ਹੋ 7-8 ਸਾਲ ਪਹਿਲਾਂ ਅਸੀਂ ਸੜਕ ਉੱਪਰ ਜੇ ਸਾਨੂੰ ਕੋਈ ਪਤਾ ਲੱਗਦਾ ਵੀ ਗਊ ਫੱਟੜ ਪਈ ਆ, ਬਿਮਾਰ ਪਈ ਆ, ਤਾਂ ਅਸੀਂ 2 ਜਾਂ 3 ਜਣੇ ਆਪਦੇ ਲੈਵਲ ਤੇ ਜਿੰਨੀ ਸਾਡੀ ਸਮਝ ਹੁੰਦੀ, ਸਾਡੀ ਕੋਸ਼ਿਸ਼ ਹੁੰਦੀ ਸੀ, ਅਸੀਂ ਸਪਰੇਅ ਕਰ ਦੇਣੀ, ਇੰਜੈਕਸ਼ਨ ਲਵਾ ਦੇਣੇ, ਦਵਾਈਆਂ ਦੇ ਦੇਣੀਆਂ। ਹੌਲੀ ਹੌਲੀ ਫਿਰ ਸਾਨੂੰ ਲੱਗਿਆ ਵੀ ਰਾਤ ਨੂੰ ਜੋ ਗਊਆਂ ਸੜਕਾਂ ਦੇ ਉੱਪਰ ਫਿਰ ਰਹੀਆਂ ਨੇ, ਉਹ ਦੁਰਘਟਨਾ ਦਾ ਕਾਰਨ ਬਣਦੀਆਂ ਨੇ, ਜਿਸ ਵਿੱਚ ਇਨਸਾਨੀ ਜਾਨਾਂ ਨੂੰ ਵੀ ਨੁਕਸਾਨ ਹੁੰਦਾ। ਤਾਂ ਅਸੀਂ ਨੇ ਫਿਰ ਉਰੇ ਲੋਕਾਂ ਨਾਲ ਮਿਲ ਕੇ, ਟ੍ਰੈਫਿਕ ਪੁਲਿਸ ਵਾਲਿਆਂ ਨਾਲ ਮਿਲ ਕੇ ਹਰ ਗਊ ਦੇ ਸਿੰਗਾਂ ਨੂੰ ਪੇਂਟ ਕਰਨਾ, ਉਹਨਾਂ ਦੇ ਗਲੇ 'ਚ ਰਿਫਲੈਕਟਰ ਬੈਲਟਾਂ ਪਾਉਣੀਆਂ, ਇਹ ਵੱਖ ਕੰਮ ਕੀਤੇ। ਹੌਲੀ ਹੌਲੀ ਇਸ ਤਰ੍ਹਾਂ ਕਰਦੇ ਕਰਦੇ ਅਸੀਂ ਇਸ ਗਊਧਾਮ ਹਸਪਤਾਲ ਤੱਕ ਪਹੁੰਚੇ ਹਾਂਗੇ, ਤੇ ਜਿਸ ਦੇ ਵਿੱਚ ਹੁਣ ਤੁਸੀਂ ਦੇਖ ਹੀ ਰਹੇ ਹੋ ਵੀ ਉਹ ਸੇਵਾ ਨੂੰ ਕਿਸ ਤਰ੍ਹਾਂ ਅਸੀਂ ਕੰਟੀਨਿਊ ਕੀਤਾ। ਇੱਕ ਪਿੱਛੇ ਜੇ ਗਊਆਂ ਦੀ ਕਿ ਨਾ ਬਿਮਾਰੀ ਚੱਲੀ ਸੀ ਲਿੰਪੀਚਨ, ਤੇ ਇਹ ਬਹੁਤ ਹੀ ਤੁਹਾਡੇ ਲਈ ਚੈਲੰਜ ਦਾ ਇੱਕ ਟੌਪਿਕ ਹੋਊਗਾ, ਮਤਲਬ ਵੀ ਬਹੁਤ ਹੀ ਮੁਸ਼ਕਿਲ ਤੁਹਾਡੇ ਲਈ ਆਈ ਹੋਣੀ। ਤੁਸੀਂ ਉਸ ਬਿਮਾਰੀ ਨੂੰ ਮੁਸ਼ਕਿਲ ਨੂੰ ਕਿੱਦਾਂ ਫੇਸ ਕੀਤਾ? ਬਾਈ ਜੀ ਤੁਸੀਂ ਦੱਸੋ ਸਾਨੂੰ, ਕਿੱਦਾਂ ਫੇਸ ਕੀਤਾ ਉਸ? ਹਾਂਜੀ ਹਾਂ ਵੀਰੇ, ਉਹ ਬਿਮਾਰੀ ਜੋ ਆਈ ਸੀ, ਲਿੰਪੀ ਸਕਿਨ ਨਾਮ ਦੀ ਬਿਮਾਰੀ ਸੀ। ਉਹ ਬਿਮਾਰੀ ਦੇ ਨਾਲ ਲਗਭਗ ਜਿੰਨੇ ਆਪਣੇ ਸ਼ਹਿਰ ਦੇ ਵਿੱਚ ਪਸ਼ੂ ਨੇ ਜਾਂ ਘਰ ਵੀ ਕੋਈ ਪਸ਼ੂ ਨੇ, ਤਾਂ ਉਹਨੂੰ ਸਾਰਿਆਂ ਨੂੰ ਪ੍ਰੋਬਲਮ ਹੋ ਰਹੀ ਸੀ। ਉਹਦੇ ਲਈ ਫੇਸ ਕਰਨ ਲਈ ਸਾਨੂੰ ਬਹੁਤ ਅਹਿਮ ਸਹਿਯੋਗ ਮਿਲਿਆ ਸ਼ਹਿਰ ਦੇ ਵਿੱਚੋਂ। ਇੱਕ ਹੰਬਲਾ ਵੱਜਿਆ ਤੇ ਉਹਦੇ ਸਹਾਰੇ ਅਸੀਂ ਇਹ ਸੇਵਾ ਸ਼ੁਰੂ ਕੀਤੀ, ਤੇ ਸਾਨੂੰ ਪਰਮਾਤਮਾ ਦੀ ਕਿਰਪਾ ਨਾਲ ਕਹਿੰਦੇ ਹੋਏ ਮਾਣ ਹੋ ਰਿਹਾ ਹੈ ਵੀ ਉਹਦੇ ਦੌਰਾਨ ਜਿੰਨੀ ਅਸੀਂ ਉਰੇ ਕੋਈ ਗਊ, ਕੋਈ ਬੱਚਾ, ਕੋਈ ਬਲਦ ਲੈ ਕੇ ਆਏ, ਤਾਂ ਇੱਕ ਵੀ ਪਸ਼ੂ ਦੀ ਮੌਤ ਉਸ ਬਿਮਾਰੀ ਕਾਰਨ ਨਹੀਂ ਹੋਈ। ਤੇ ਸਾਨੂੰ, ਸਾਡੇ ਮਨ ਨੂੰ ਬਹੁਤ ਸਕੂਨ ਹੋਇਆ, ਤੇ ਇਸ ਬਿਮਾਰੀ ਨਾਲ ਉਹ ਲੜੇ ਤੇ ਉਹ ਜਿੱਤ ਪ੍ਰਾਪਤ ਕੀਤੀ। ਤੇ ਬਈ ਜਦੋਂ ਆਪਾਂ ਅਜਿਹਾ ਇੱਕ ਬਹੁਤ ਵਧੀਆ ਉਪਰਾਲਾ ਤੁਸੀਂ ਕਰ ਰਹੇ ਹੋ, ਜਿੱਦਾਂ ਵੀ ਗਊਆਂ ਦੀ ਉਹ ਕਰ ਰਹੇ ਹੋ ਤੁਸੀਂ, ਆਪਾਂ ਚਲੋ ਨਾਲ ਦਿਖਾਉਣੇ ਵੀ ਆ ਕਿ ਮੈਂ ਹਾਂਜੀ ਇਹਨਾਂ ਨੂੰ ਤੁਸੀਂ ਐਮਰਜੈਂਸੀ ਵਾਰਡ ਜੀ? ਹਾਂਜੀ, ਇਹ ਸਾਡਾ ਇੱਕ ਐਮਰਜੈਂਸੀ ਵਾਰਡ ਤਿਆਰ ਕੀਤਾ ਹੋਇਆ ਜੀ। ਜਿਸ ਤਰ੍ਹਾਂ ਕਿ ਕੋਈ ਸਾਨੂੰ ਰਾਤ ਨੂੰ ਜਾਂ ਦਿਨੇ ਕੋਈ ਕੋਲ ਆਉਂਦੀ ਆ ਵੀ ਉਰੇ ਗਊ ਦਾ ਐਕਸੀਡੈਂਟ ਹੋਇਆ ਪਿਆ ਤੇ ਕਾਫੀ ਗੰਭੀਰ ਰੂਪ 'ਚ ਜ਼ਖਮੀ ਆ, ਤਾਂ ਅਸੀਂ ਇੱਕ ਅਲੱਗ ਵਾਰਡ ਤਿਆਰ ਕੀਤਾ। ਜਿਸ ਤਰ੍ਹਾਂ ਤੁਸੀਂ ਵਾਰਡ ਦੇਖੋ, ਸਾਡੇ ਵਾਰਡ ਦੇ ਆਲੇ ਦੁਆਲੇ ਸਾਰੀ ਜਾਲੀ ਲਗਾਈ ਹੋਈ ਹੈ ਜੀ।
ਠੀਕ ਹੈ ਜੀ। ਜਿਸ ਤਰ੍ਹਾਂ ਕਿ ਤੁਹਾਨੂੰ ਦਿਖਾ ਰਹੇ ਨੇ, ਇਸ ਵਾਰਡ ਦੇ ਵਿੱਚ ਜਿਹੜੀਆਂ ਗਊਆਂ ਦੀ ਲੱਤ ਕੱਟੀ ਹੋਈ ਹੈ ਜਾਂ ਖੜੀਆਂ ਨਹੀਂ ਹੋ ਸਕਦੀਆਂ ਜਾਂ ਤੁਰ ਨਹੀਂ ਸਕਦੀਆਂ, ਕਾਫੀ ਕ੍ਰਿਟੀਕਲ ਕੰਡੀਸ਼ਨ 'ਚ ਨੇ, ਉਹ ਇੱਥੇ ਰੱਖੀਆਂ ਹੋਈਆਂ ਨੇਗੀਆਂ। ਉਸ ਤੋਂ ਬਾਅਦ ਜਦੋਂ ਤੁਸੀਂ ਦੇਖਦੇ ਹੋ ਵੀ ਜਦੋਂ ਇਹ ਥੋੜੀ ਬਹੁਤ ਠੀਕ ਹੋ ਜਾਂਦੀਆਂ ਨੇ, ਚੱਲਣ ਯੋਗ ਹੋ ਜਾਂਦੀਆਂ, ਤਾਂ ਅਸੀਂ ਇਹਨੂੰ ਦੂਜੇ ਵਾਰਡ ਦੇ ਵਿੱਚ ਸ਼ਿਫਟ ਕਰ ਦਿੰਦੇ ਆ, ਕਿਉਂਕਿ ਉਰੇ ਕ੍ਰਿਟੀਕਲ ਕੰਡੀਸ਼ਨ ਕਰਨ ਦਾ ਮਤਲਬ ਕੀ ਹੈ ਵੀ ਜਿਹੜੇ ਥੋੜ੍ਹੀਆਂ ਬਹੁਤ ਚੱਲ ਫਿਰ ਸਕਦੀਆਂ ਨੇ ਗਊਆਂ, ਉਹ ਇਹਨਾਂ ਨੂੰ ਲੇਟਣ ਦੇ ਵਿੱਚ ਦਿੱਕਤ ਮਹਿਸੂਸ ਪਰੇਸ਼ਾਨੀ ਕਰਦੀਆਂ ਸੀ। ਤਾਂ ਇੱਕ ਅਲੱਗ ਐਮਰਜੈਂਸੀ ਵਾਰਡ ਤਿਆਰ ਕਰਾਇਆ, ਜਿਸ ਦੇ ਵਿੱਚ ਸਾਡੇ ਪੱਖੇ ਲੱਗੇ ਹੋਏ ਨੇ ਜੀ, ਆਲੇ ਦੁਆਲੇ ਸਰਦੀ ਤੋਂ ਜਾਲੀਆਂ ਲਵਾ ਕੇ ਤਰਪਾਲਾਂ ਲਗਾਈਆਂ ਹੋਈਆਂ ਨੇਗੀਆਂ। ਹੁਣ ਅਸੀਂ ਉਹਦੇ ਹੀਟਰ, ਪਹਿਲਾਂ ਹੀਟਰ ਵੀ ਲਗਾਏ ਹੋਏ ਸੀਗੇ, ਰਾਤ ਦੇ ਦਿਨ ਸਾਡੇ ਹੀਟਰ ਚੱਲਦੇ ਸੀ ਇਹਨਾਂ ਨੂੰ ਨਿੱਘ ਦੇਣ ਵਾਸਤੇ, ਬਟ ਹੁਣ ਮੌਸਮ ਦੇ ਫਰਕ ਦੇ ਨਾਲ ਅਸੀਂ ਉਹ ਚੱਕ ਦਿੱਤਾ। ਤੁਸੀਂ ਪਰ ਮੈਂ ਸਾਡੇ ਪੱਤਰਕਾਰ ਭਰਾ ਨੂੰ ਕਹਿਣਾ ਜਰੂਰ ਸਾਡੇ ਐਮਰਜੈਂਸੀ ਵਾਰਡ ਨੂੰ ਦਿਖਾਣ, ਜੋ ਸਾਡੇ ਆਲੇ ਦੁਆਲੇ ਮੱਖਰ ਮੱਛੀ ਤੋਂ ਰਹਿਤ ਕੀਤਾ ਹੋਇਆ, ਕੋਈ ਜਿਹੜੇ ਜ਼ਖਮਾਂ ਦੇ ਉੱਪਰ ਆ ਕੋਈ ਮੱਖੀ ਕੋਈ ਮੱਛਰ ਨਾ ਬੈਠ ਕੇ ਉਹਨੂੰ ਤੰਗ ਨਾ ਕਰ ਸਕੇ। ਆਓ ਵੀ ਜੀ ਤੁਹਾਨੂੰ ਦਿਖਾਉਂਦੇ ਆ ਸਾਡੇ ਕਿਸ ਤਰ੍ਹਾਂ ਗਊਆਂ ਨੇਗੀਆਂ ਜੋ ਐਮਰਜੈਂਸੀ ਵਾਰਡ ਦੇ ਵਿੱਚ ਨੇ। ਡਾਕਟਰ ਸਾਹਿਬ ਨੂੰ ਕੋ ਦੇਖੋ, ਜਿੱਦਾਂ ਆਪਾਂ ਕਹਿ ਸਕੀਏ ਸਿਰਫ ਇੱਥੇ ਇਕੱਲੀਆਂ ਗਊਆਂ ਨਹੀਂ, ਘੋੜਾ ਤੇ ਆਪਣੇ ਕੁੱਤੇ ਵੀ ਨੇ। ਡਾਕਟਰ ਸਾਹਿਬ ਕਹਿੰਦੇ ਕੁੱਤੇ ਵੀ ਨੇ। ਤੇ ਦੇਖੋ ਜਿੱਦਾਂ ਇਨਸਾਨਾਂ ਲਈ ਹਸਪੀਟਲ ਵਿੱਚ ਗਲੂਕੋਜ਼ ਦਾ ਪ੍ਰਬੰਧ ਹੁੰਦਾ, ਇਹਨਾਂ ਨੇ ਗਊ ਮਾਤਾ ਲਈ ਜਾਂ ਜਾਨਵਰਾਂ ਲਈ ਕਰ ਰੱਖਿਆ, ਤੇ ਬਹੁਤ ਹੀ ਵਧੀਆ ਇਹਨਾਂ ਦਾ ਆਪਾਂ ਕੰਮ ਕਹਿ ਸਕਦੇ ਹਾਂ। ਆਓ ਤੁਹਾਨੂੰ ਡਾਕਟਰ ਸਾਹਿਬ ਨਾਲ ਵੀ ਗੱਲ ਕਰਵਾਉਂਦੇ ਹਾਂ ਵੀ ਕਿੱਦਾਂ ਇਹਨਾਂ ਦੀ ਕੇਅਰ ਕਰਦੇ ਨੇ, ਕਿੱਦਾਂ ਇਹਨਾਂ ਨੂੰ ਟ੍ਰੀਟਮੈਂਟ ਦਿੰਦੇ ਨੇ, ਦਵਾਈਆਂ ਵਗੈਰਾ ਮੁਹੱਈਆ ਕਰਾਉਂਦੇ ਨੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਇਹ ਦੱਸੋ ਵੀ ਤੁਸੀਂ ਕਿੱਦਾਂ ਇਹਨਾਂ ਨੂੰ ਟ੍ਰੀਟਮੈਂਟ, ਜਿੱਦਾਂ ਗਲੂਕੋਜ਼, ਮੈਂ ਤਾਂ ਆਪਦੀ ਲਾਈਫ ਦੇ ਵਿੱਚ ਪਹਿਲੀ ਵਾਰ ਦੇਖ ਰਿਹਾ ਵੀ ਜਾਨਵਰਾਂ ਦਾ ਕਿਉਂਕਿ ਮੈਂ ਇਹਨਾਂ ਗਿਆ ਨਹੀਂ ਸੀ ਹੈਗਾ, ਤੇ ਕਿੱਦਾਂ ਤੁਸੀਂ ਇਹਨਾਂ ਦੀ ਦੇਖਭਾਲ ਕਰਦੇ ਹੋ? ਦੇਖਭਾਲ ਸੁਬਾਹ ਕਰਦਾ ਜੀ, ਮੇਰੀ ਸੁਬਾਹ ਡਿਊਟੀ ਹੈ ਜੀ, 8 ਵਜੇ ਤੋਂ ਲੱਗ ਕੇ 5 ਵਜੇ ਤੱਕ ਜੀ। ਸੁਬਾਹ ਹੁਣ ਸਾਰਿਆਂ ਨੂੰ ਪਹਿਲਾਂ ਜੀ ਐਮਰਜੈਂਸੀ ਦੇਖਦੇ ਆ ਜੀ। ਐਮਰਜੈਂਸੀ ਜਿਹੜੇ ਨੂੰ ਕੋਈ ਟ੍ਰੀਟਮੈਂਟ ਦੇਣ ਵਾਲਾ ਉਹ ਟ੍ਰੀਟਮੈਂਟ ਦਿੰਦੇ ਆ ਜੀ, ਕੋਈ ਪੱਟੀ ਕਰਨ ਵਾਲੀ ਆ ਪੱਟੀ ਕਰਦੇ ਆ ਜੀ ਹੁਣ ਸਰ। ਉਦੋਂ ਬਾਅਦ ਜਿਹੜਾ ਕੋਈ ਬਾਜ਼ਾਰ ਦੇ ਵਿੱਚ ਕੇਸ ਆਉਂਦਾ, ਕੋਈ ਐਕਸੀਡੈਂਟ ਕੇਸ ਸਾਡਾ 15 ਕਿਲੋਮੀਟਰ ਤਾਈਂ 20 ਕਿਲੋਮੀਟਰ ਤਾਈਂ ਅਸੀਂ ਕੇਸ ਨੂੰ ਲੈ ਆਉਣਾ ਜੀ, ਸਾਨੂੰ ਮੈਸੇਜ ਆਉਣਾ ਚਾਹੀਦਾ ਬਸ। ਤੇ ਡਾਕਟਰ ਸਾਹਿਬ ਦੇਖਿਆ ਜਾਵੇ ਇਹਨਾਂ ਨੂੰ, ਇਹ ਗਊ ਨੂੰ ਕੀ ਪ੍ਰੋਬਲਮ ਆਈ ਹੈ ਜਿਹੜੀ ਇਹ ਗਊ ਪਈ ਹੈ? ਇਹ ਬੁਢਾਪੇ ਦੇ ਵਿੱਚ ਆਈ ਹੋਈ ਹੈ ਜੀ ਇਹ। ਠੀਕ ਹੈ ਜੀ। ਇਹ ਬੁਢਾਪੇ 'ਚ ਇਹ ਉਹ ਐਕਸੀਡੈਂਟ ਹੋਇਆ ਜੀ। ਠੀਕ ਹੈ ਜੀ। ਉਹ ਅਸੀਂ ਲੈ ਕੇ ਆਏ ਕਾਂਜਲੀ ਤੋਂ ਬਲਦ ਜੀ ਇਕੱਲਾ ਹੀ। ਆਹ ਲੈ ਕੇ ਆਏ ਜੀ ਆਪਣੇ ਕੁੰਬੜਾਲ ਤੋਂ ਜੀ। ਆਹ ਗਊ ਲੈ ਕੇ ਆਂਦੀ, ਲੱਤ ਟੁੱਟੀ ਸੀ, ਐਕਸੀਡੈਂਟ ਸੀਗੇ ਜੀ। ਅਸੀਂ ਤਕਰੀਬਨ ਐਕਸੀਡੈਂਟ ਹੀ ਕੇਸ ਸਾਰੇ ਲੈਂਦੇ ਆ ਜੀ। ਜਿਹੜਾ ਕੋਈ ਕੇਸ ਉੱਥੇ ਠੀਕ ਕਰਕੇ ਆਉਣਾ ਹੁੰਦਾ ਜੀ, ਅਸੀਂ ਉੱਥੇ ਟ੍ਰੀਟਮੈਂਟ ਕਰ ਆਉਣੇ ਆ, ਤੇ ਜਿਹੜਾ ਚੱਕ ਕੇ ਲੈ ਕੇ ਆਉਣਾ ਤੇ ਉਸੇ ਟਾਈਮ ਚੱਕ ਲਿਆਉਣਾ। ਡਾਕਟਰ ਸਾਹਿਬ ਪਿੱਛੇ ਜਿਹੜੀ ਬਿਮਾਰੀ ਚੱਲੀ ਸੀ ਉਹਦੇ ਵੀ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਹੋਣੀ? ਮਿਹਨਤ ਤਾਂ ਕਰਨੀ ਪਈ ਹੈ ਜੀ, ਜਿੰਨੀਆਂ ਬਾਜ਼ਾਰ ਦੇ ਵਿੱਚ ਸੀਗੀ ਸੰਸਥਾ ਦੇ ਸਹਿਯੋਗ ਨਾਲ ਸਾਰੀਆਂ ਗਊਆਂ ਅਸੀਂ ਇੱਥੇ ਲੈ ਕੇ ਆਂਦੀਆਂ ਨੇ ਜੀ। ਇੱਥੇ ਉਹਨਾਂ ਦਾ ਟ੍ਰੀਟਮੈਂਟ ਕਰਕੇ ਠੀਕ ਕਰਕੇ ਦੁਬਾਰੇ ਵਾਪਸ ਛੱਡ ਕੇ ਆਏ ਜੀ। ਡਾਕਟਰ ਸਾਹਿਬ ਇਹਦੀਆਂ ਤੁਹਾਨੂੰ ਅਸੀਸਾਂ ਬਹੁਤ ਮਿਲਣਗੀਆਂ, ਗਊ ਦੀਆਂ ਬਹੁਤ ਵਧੀਆ ਪੁੰਨ ਲੱਗੂਗਾ ਤੁਹਾਨੂੰ ਇਸ ਦਾ। ਗਊ ਦਾ ਤਾਰੇ ਪੈ ਜੀ ਇਸ ਦਾ, ਬਹੁਤ ਕਿਰਪਾ ਜੀ ਗੁਰੂ ਜੀ। ਠੀਕ ਹੈ ਜੀ। ਗਊ ਮਾਤਾ ਦੀ ਪੂਰੀ ਕਿਰਪਾ ਜੀ, ਕੋਈ ਕਮੀ ਨਹੀਂ, ਉਰੇ ਵੀ ਕੋਈ ਕਮੀ ਨਹੀਂ ਹੈਗੀ ਜੀ, ਆਪਣੇ ਘਰ ਪਰ ਵੀ ਕੋਈ ਕਮੀ ਨਹੀਂ। ਚਲੋ ਠੀਕ। ਚਲੋ ਆਓ ਜੀ ਪ੍ਰਧਾਨ ਜੀ, ਆਪਾਂ ਥੋੜਾ ਲਾਈਟ 'ਚ ਜਾ ਕੇ ਇਧਰੋਂ ਠੀਕ ਹੋ ਕੇ ਕੇਸ ਉਧਰ ਲੈ ਜਾਂਦੇ ਸਾਰੇ ਅਸੀਂ। ਠੀਕ ਹੈ। ਜਿੰਨੇ ਕੇਸ ਐਮਰਜੈਂਸੀ ਜੋ ਠੀਕ ਹੋ ਜਾਂਦੇ ਨੇ ਦੂਸਰੇ ਪਾਸੇ ਸ਼ਿਫਟ ਕਰ ਦਿੰਦੇ ਜੀ। ਆਹ ਡੌਗ ਨੇ ਜੀ ਹਰਚੰਦਪੁਰ ਤੋਂ ਆਇਆ ਜੀ, ਉਹਦੀਆਂ ਦੋਨੇ ਲੱਤਾਂ ਬੈਕ ਸਾਈਡ ਦੀਆਂ ਕੱਟੀਆਂ ਹੋਈਆਂ ਨੇ, ਛੋਟੇ ਕਤੂਰੇ ਦੀਆਂ ਜੀ। ਤੇ ਉਹ ਪਹਿਲੇ ਦੇ ਸਿਰ 'ਚ ਕੀੜੇ ਪਏ ਹੋਏ ਸੀਗੇ, ਬਿਲਕੁਲ ਖਾਦਾ ਪਿਆ ਸੀਗਾ ਜੀ, ਉਹ ਠੀਕ ਹੈ ਜੀ। ਇੱਕ ਸਾਡਾ ਇਧਰਲੇ ਸਾਈਡ ਤੇ ਆ ਜੀ, ਉਹਦੀਆਂ ਲੱਤਾਂ ਬਿਲਕੁਲ ਡੈਡ ਸੀਗੀਆਂ, ਉਹ ਠੀਕ ਆ। ਆਹ ਤੁਰਨ ਲੱਗ ਗਿਆ ਛੋਟਾ ਬੱਚਾ, ਇਹ ਜਨਤਾ ਨਗਰ ਚੋਂ ਲੈ ਕੇ ਆਂਦਾ ਸੀਗਾ ਜੀ। ਤੇ ਪ੍ਰਧਾਨ ਜੀ ਮੈਂ ਪੁੱਛਣਾ ਚਾਹਾਂਗਾ ਵੀ ਇਹ ਜਿਹੜਾ ਤੁਹਾਡੇ ਲਵੇ ਤੂੜੀ ਵਗੈਰਾ ਜਾਂ ਆਪਾਂ ਕਹਿ ਲਈਏ ਕੱਖ ਵਗੈਰਾ, ਇਹਦੀ ਸੇਵਾ ਤੁਹਾਨੂੰ ਕਿਵੇਂ ਵਧੀਆ ਆ ਜਾਂਦੀ ਆ? ਲੋਕ ਸਹਿਯੋਗ ਕਰਦੇ ਨੇ? ਬਿਲਕੁਲ ਜੀ। ਕਣਕ ਦੇ ਸੀਜ਼ਨ ਤੋਂ ਬਾਅਦ ਵੱਖ-ਵੱਖ ਪਿੰਡਾਂ ਦੇ ਵਿੱਚੋਂ ਸਾਡੇ ਪਿੰਡ ਵਾਸੀ ਜਿਨ੍ਹਾਂ ਕੋਲੇ ਹੁੰਦੀ ਹੈ ਤੂੜੀ, ਉਹ ਫ੍ਰੀ ਆਫ ਕੋਸਟ ਸਾਨੂੰ ਸੇਵਾ ਦੇ ਵਿੱਚ ਉਰੇ ਤੂੜੀਆਂ ਭੇਜ ਦਿੰਦੀਆਂ ਹਨ। ਅਗਰ ਸਾਨੂੰ ਸੁਨੇਹਾ ਲੱਗ ਜਾਂਦਾ ਹੈ ਵੀ ਅਸੀਂ 1 ਟਰਾਲੀ 2 ਟਰਾਲੀ ਜਾਂ 2 ਪੰਡਾ ਜਾਂ 4 ਪੰਡਾ ਦੇਣਾ ਚਾਹੁੰਦੇ ਹਾਂ, ਤਾਂ ਅਸੀਂ ਆਪਦਾ ਟਰੈਕਟਰ ਟਰਾਲੀ ਕਰਾ ਕੇ ਉਸ ਪਿੰਡ ਭੇਜ ਦਿੰਦੇ ਹਾਂ, ਤੇ ਉੱਥੋਂ ਅਸੀਂ ਇਕੱਠਾ ਕਰਕੇ ਲੈ ਆਉਂਦੇ ਹਾਂ ਜੀ। ਠੀਕ ਹੈ। ਤੁਹਾਡਾ ਗਊਧਾਮ ਬਣਿਆ ਹੋਇਆ ਇਹ ਆਪਣਾ, ਤੇ ਇਹਦੇ ਵਿੱਚ ਆਉਣ ਲਈ ਅਸੀਂ ਰਾਸਤੇ ਵਿੱਚ ਆ ਰਹੇ ਸੀ, ਸੜਕ ਬਹੁਤ ਜ਼ਿਆਦਾ ਟੁੱਟੀ ਹੋਈ ਸੀ, ਤੇ ਮੇਰੇ ਖਿਆਲ 'ਚ ਜਿੰਨਾ ਤੁਸੀਂ ਕੰਮ ਕਰ ਰਹੇ ਹੋ, ਸਮਾਜ ਭਲਾਈ ਦਾ ਕੰਮ ਕਰ ਰਹੇ ਹੋ, ਤੁਹਾਨੂੰ ਗੌਰਮੈਂਟ ਨੂੰ ਵੀ ਤੁਹਾਨੂੰ ਪ੍ਰੋਵਾਈਡ ਕਰਵਾਉਣੀਆਂ, ਫੈਸਿਲਿਟੀਆਂ ਪ੍ਰੋਵਾਈਡ ਕਰਾਉਣੀਆਂ ਚਾਹੀਦੀਆਂ ਨੇ। ਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ? ਸੜਕ ਵਗੈਰਾ ਤੁਹਾਨੂੰ ਪ੍ਰੋਪਰ ਬਣਨੀ ਹੋਣੀ ਦੇਣੀ ਚਾਹੀਦੀ ਹੈ? ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ ਜੀ, ਇਹ ਸਵਾਲ ਦੀ ਬਹੁਤ ਜ਼ਰੂਰਤ ਸੀ, ਕਿਉਂਕਿ ਤੁਸੀਂ ਦੇਖੋ ਜਦੋਂ ਆਪਾਂ ਧੂਰੀ ਤੋਂ ਗਊਧਾਮ ਹਸਪਤਾਲ ਆਉਂਦੇ ਆ, ਇੱਕ ਮਿੰਟ, ਇਹ ਆਪਣੀ ਐਂਬੂਲੈਂਸ? ਇਹ ਸਰ ਐਂਬੂਲੈਂਸ ਆ ਸਾਡੀ ਜੀ, ਇਸ ਟਾਈਮ ਸ਼ਹਿਰ ਦੇ ਵਿੱਚ ਇਲਾਜ ਕਰਕੇ ਆਈ ਹੈ। ਗਊ ਲੈ ਕੇ ਆਏ ਹੋ ਜੀ? ਗਊ ਲੈ ਕੇ ਆਏ ਹੋ? ਆ ਤੁਹਾਨੂੰ ਐਂਬੂਲੈਂਸ ਦੇ ਵਿੱਚ ਦਿਖਾਉਂਦੇ ਆ ਜੀ। ਆਪਾਂ ਡਰਾਈਵਰ ਨੂੰ ਵੀ ਪੁੱਛ ਲੈਂਦੇ ਹਾਂ, ਐਂਬੂਲੈਂਸ ਵਾਲੇ ਨੂੰ। ਬਾਈ ਜੀ ਖੋਲਿਓ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਤੇ ਤੁਹਾਡੀ ਨਾਈਟ ਡਿਊਟੀ ਹੁੰਦੀ ਹੈ ਜੀ? ਨਾਈਟ ਡਿਊਟੀ ਹੁੰਦੀ ਹੈ।
ਤੇ ਹੁਣ ਤੁਸੀਂ ਕੀ ਕਰਕੇ ਆਏ ਹੋ? ਮਤਲਬ ਕੀ ਕੋਈ ਗਊ ਕੱਢਣ ਗਏ ਸੀ ਸੂਏ ਬੰਦ ਕਰ ਲਓ ਜੀ, ਬੰਦ ਕਰ ਲਓ। ਸੂਏ ਚੋਂ ਗਊ ਕੱਢ ਕੇ ਆਏ ਜੀ। ਅੱਛਾ ਜੀ, ਹਾਂ। ਤੇ ਤੁਸੀਂ ਲੈ ਕੇ ਆਏ ਹੋ ਨਾਲ? ਨਹੀਂ ਲੈ ਕੇ ਨਹੀਂ ਆਇਆ। ਅੱਛਾ, ਇਹ ਤੁਹਾਡੀ ਬਾਹਰ ਐਂਬੂਲੈਂਸ ਠੀਕ ਆਈ? ਸੀ। ਹਾਂਜੀ ਹਾਂਜੀ ਐਂਬੂਲੈਂਸ ਤੇ ਤੁਹਾਡੀ ਰਾਤ ਦੀ ਡਿਊਟੀ ਹੁੰਦੀ ਹੈ? ਰਾਤ ਦੀ ਡਿਊਟੀ। ਤੇ ਜਿਵੇਂ ਦਰਸ਼ਕੋ ਤੁਸੀਂ ਦੇਖ ਸਕਦੇ ਹੋ, ਕੋਈ ਦਿਨ ਨਹੀਂ ਦੇਖਦੇ, ਕੋਈ ਰਾਤ ਨਹੀਂ ਦੇਖਦੇ, ਐਂਬੂਲੈਂਸ ਪ੍ਰੋਪਰ ਲੱਗੀ ਹੋਈ ਆ ਤੇ ਗਊ ਨੂੰ ਹੁਣੇ ਸੂਏ ਦੇ ਵਿੱਚੋਂ ਕੱਢ ਕੇ ਆਏ ਨੇ। ਤੇ ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ। ਤੇ ਜਿੱਥੋਂ ਆਪਾਂ ਚਲੋ ਆਪਣਾ ਕੁਐਸਚਨ ਕੈਰੀ ਔਨ ਕਰਦੇ ਆ ਪਹਿਲਾਂ ਵਾਲਾ, ਵੀ ਜਿਹੜੇ ਸੜਕ ਵਗੈਰਾ ਦਾ, ਇਹਦੇ ਬਾਰੇ ਤੁਸੀਂ ਸਰਕਾਰ ਨੂੰ ਕੋਈ ਮੰਗ ਕਰਦੇ ਹੋ? ਹਰਜੀਤ ਜੀ, ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ। ਇਸ ਚੀਜ਼ ਨਾਲ ਅਸੀਂ ਬਹੁਤ ਟਾਈਮ ਦੇ ਜਦੋਜਹਿਦ ਹੋ ਰਹੇ ਹਾਂ। ਪਿਛਲੀ ਸਰਕਾਰ ਨੂੰ ਅਸੀਂ ਬਹੁਤ ਬੇਨਤੀਆਂ ਕੀਤੀਆਂ ਨੇ ਤੇ ਹੁਣ ਵਾਲੀ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ, ਕਿਉਂਕਿ ਜੋ ਸ਼ਰਧਾਲੂ, ਜੋ ਸਹਿਯੋਗੀ, ਜੋ ਸ਼ਹਿਰ ਨਿਵਾਸੀ ਸਾਡੇ ਗਊ ਧਾਮਾਂ ਆਉਣਾ ਚਾਹੁੰਦੇ ਨੇ, ਉਹਨਾਂ ਦਾ ਇੱਕੋ ਹੀ ਲਾਂਭਾ ਰਹਿੰਦਾ। ਸਾਨੂੰ ਵੀ ਇਹ ਬਹੁਤ ਵੱਡੀ ਦਿੱਕਤ ਆ। ਤੁਸੀਂ ਦੇਖੋ, ਮੇਨ ਰੋਡ ਤੋਂ ਜਦੋਂ ਆਪਾਂ ਮਨਸਾਈ ਮੰਦਿਰ ਮੋੜ ਦੇ ਆਪਾਂ ਗਊ ਧਾਮ ਆਉਂਦੇ ਆ, ਅਗਰ ਸਕੂਟਰ ਤੇ ਵੀ ਆ ਜੀ ਤਾਂ ਮੈਨੂੰ ਲੱਗਦਾ ਇੱਕ ਚੰਗੇ ਬੰਦੇ ਧਰਨ ਪੈ ਜਾਂਦੀ ਆ। ਅਗਰ ਗੱਡੀ ਦੇ ਵਿੱਚ ਲੈ ਕੇ ਆਈਏ, ਗਊ ਵਿਚਾਰੀ ਜਿਹੜੀ ਮਾੜੀ ਮੋਟੀ ਫੱਟੜ ਹੁੰਦੀ, ਉਹਨੂੰ ਵੱਧ ਫੱਟੜ ਹੋਣ 'ਚ ਬਹੁਤ ਬੜਾ ਸਹਿਯੋਗ ਰਹਿੰਦਾ ਸੜਕ ਦਾ। ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਬਹੁਤ ਮੰਗ ਕਰ ਚੁੱਕੇ, ਹੁਣ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਜਿੰਨਾ ਜਲਦੀ ਹੋ ਸਕੇ ਇਸ ਸੜਕ ਨੂੰ ਬਣਵਾਇਆ ਜਾ ਸਕੇ, ਤਾਂ ਜੋ ਸਹਿਯੋਗੀ ਵੀ ਆ ਸਕਣ ਤੇ ਜੋ ਜ਼ਖਮੀ ਗਊਆਂ ਨੂੰ ਅਸੀਂ ਲੈ ਕੇ ਆਉਂਦੇ ਆ। ਹੁਣ ਤੁਸੀਂ ਦੇਖਿਆ ਉਹ ਸਾਡੀ ਐਂਬੂਲੈਂਸ ਧੂਰੀ ਕੱਕੜਾਂ ਦੇ ਵਿੱਚ ਦੀ ਆਈ ਹੈ, ਕਿਉਂਕਿ ਇੱਧਰ ਦੀ ਸੜਕ ਬਣੀ ਹੋਈ ਹੈ, ਜੋ ਪਾ ਤੁਸੀਂ ਦੇਖ ਰਹੇ ਹੋ ਬਣਿਆ ਹੋਇਆ ਬੇਂਡੇ ਨੂੰ ਪਾ, ਉਧਰ ਦੀ ਆਈ ਆ। ਰਾਤ ਬਰਾਤੇ ਜਦੋਂ ਕੋਈ ਸਾਡਾ ਡਾਕਟਰ ਸਾਹਿਬ ਜਾਂ ਸਾਡੇ ਹੈਲਪਰ ਨਾਲ ਜਾਂਦੇ ਨੇ, ਉਹਨਾਂ ਨੂੰ ਕੱਲਿਆਂ ਨੂੰ ਏਡੀ ਦੂਰ ਦੀ ਘੁੰਮ ਕੇ ਆਉਣ ਦੀ ਬਹੁਤ ਦਿੱਕਤ ਆਉਂਦੀ ਆ, ਕਿਉਂਕਿ ਕੋਈ ਫੋਨ ਆ ਜਾਂਦਾ ਵੀ ਐਕਸੀਡੈਂਟ ਹੋ ਗਿਆ ਜੀ ਗਊ ਦਾ, ਜਲਦੀ ਤੋਂ ਜਲਦੀ ਪਹੁੰਚੋ, ਐਮਰਜੈਂਸੀ ਪਹੁੰਚੋ। ਤਾਂ ਜਦੋਂ ਸਾਨੂੰ ਗੱਡੀ ਘੁਮਾ ਕੇ ਲੈ ਕੇ ਸਾਨੂੰ 5-4 ਮਿੰਟ ਲੇਟ ਹੁੰਦੇ ਤਾਂ ਸਾਡੇ ਦਿਲ ਨੂੰ ਵੀ ਦਰਦ ਪਹੁੰਚਦਾ, ਕਿਉਂਕਿ ਉੱਥੇ ਇੱਕ ਗਊ ਤੜਫ ਰਹੀ ਹੁੰਦੀ ਆ, ਬੇਜੁਬਾਨ ਤੜਫ ਰਿਹਾ ਹੁੰਦਾ, ਪਰ ਬੋਲ ਕੇ ਨਹੀਂ ਦੱਸ ਸਕਦਾ। ਤਾਂ ਮੇਰੀ ਭਰਾ ਜੀ ਤੁਹਾਡੇ ਬਹੁਤ ਸੋਹਣਾ ਸਵਾਲ ਪੁੱਛਿਆ। ਮੇਰੀ ਬੇਨਤੀ ਆ ਵੀ ਜਲਦ ਤੋਂ ਜਲਦ ਪ੍ਰਸ਼ਾਸਨ ਨੂੰ ਕਹਿ ਰਹੇ ਹਾਂ ਵੀ ਅਸੀਂ ਬੇਨਤੀ ਵੀ ਕਰ ਚੁੱਕੇ ਪਰਸਨਲੀ ਤੌਰ ਤੇ ਵੀ ਇਹ ਸੜਕ ਜਲਦੀ ਬਣਵਾਈ ਜਾਵੇ। ਸੋ ਅਸੀਂ ਵੀ ਆਪਦੇ ਤਰਫੋਂ, ਆਪਦੀ ਟੀਮ ਵੱਲੋਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਥੋੜਾ ਮੋਟਾ ਆਪਦਾ ਯੋਗਦਾਨ ਵੀ ਦਿੱਤਾ ਜਾਵੇ। ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ। ਰਜਨੀਸ਼ ਜੀ, ਜੇ ਪੁੱਛਿਆ ਜਾਵੇ ਕਿ ਨਾ, ਮੈਂ ਕਨਫਿਊਜ਼ ਹੋ ਗਿਆ, ਇੰਨੀਆਂ ਗਊਆਂ ਨੇ, ਮਤਲਬ ਵੀ ਘੋੜੇ ਜਾਂ ਕੁਝ ਵੀ ਦੇਖ ਕੇ, ਤੇ ਤੁਸੀਂ ਕਿੱਦਾਂ ਯਾਦ ਰੱਖਦੇ ਹੋ ਜਾਂ ਤੁਹਾਡੇ ਮਾਈਂਡ 'ਚ ਕਿੱਦਾਂ ਰਹਿੰਦਾ ਵੀ ਇਹਦੇ ਟੀਕਾ ਲੱਗ ਗਿਆ ਜਾਂ ਇਹਦੇ ਟ੍ਰੀਟਮੈਂਟ ਹੋ ਗਿਆ? ਤੇ ਮੈਨੂੰ ਤਾਂ ਮੈਂ ਗਊਆਂ ਦੇਖ ਕੇ ਕਨਫਿਊਜ਼ ਹੋ ਗਿਆ, ਤੇ ਇਹਦੇ ਬਾਰੇ ਦੱਸੋ ਸਾਨੂੰ, ਕਿੱਦਾਂ ਤੁਸੀਂ ਮੇਨਟੇਨ ਕਰ ਲੈਂਦੇ? ਬਿਲਕੁਲ ਜੀ, ਬਿਲਕੁਲ। ਜਿਵੇਂ ਨਾ ਮੈਂ ਤੁਹਾਨੂੰ ਵਾਰ-ਵਾਰ ਤੁਹਾਡੀ ਇੱਕ ਤਾਰੀਫ ਕਰ ਰਿਹਾ ਵੀ ਜਿਹੜੇ ਤੁਸੀਂ ਸਵਾਲ ਪੁੱਛ ਰਹੇ ਹੋ ਬਹੁਤ ਹੀ ਦਿਲ ਖੁਸ਼ ਕਰਨ ਵਾਲੇ ਪੁੱਛ ਰਹੇ ਹੋ, ਕਿਉਂਕਿ ਸਾਡੇ ਖੁਦ ਵੀ ਧਿਆਨ 'ਚ ਰਹਿੰਦਾ, ਦਰਸ਼ਕ ਵੀ ਦੇਖ ਕੇ ਰੱਖਣਗੇ ਅਸੀਂ ਸਿਸਟਮ ਨੂੰ ਕਿਸ ਤਰ੍ਹਾਂ ਮੇਨਟੇਨ ਕਰ ਰਹੇ ਹਾਂ, ਕਿਸ ਤਰ੍ਹਾਂ ਇਹ ਕੰਮ ਕਰ ਰਹੇ ਹਾਂ। ਅਸੀਂ ਵੀ ਜਾਣਨਾ ਚਾਹਾਂਗੇ ਤੁਹਾਡੇ ਸਿਸਟਮ ਬਾਰੇ, ਦੱਸੋ ਕਿੱਦਾਂ, ਕਿਉਂਕਿ ਤੁਹਾਨੂੰ ਦੇਖ ਕੇ ਮੋਟੀਵੇਸ਼ਨ ਮਿਲੂਗੀ ਹੋਰਾਂ ਨੂੰ ਵੀ, ਕੀ ਪਤਾ ਉਹ ਵੀ ਤੁਹਾਡੇ ਵਾਂਗੂ ਹੋਰ ਆਪਣੇ ਆਪਣੇ ਸ਼ਹਿਰਾਂ 'ਚ ਇਦਾਂ ਦੇ ਕੰਮ ਕਰਨ ਜੀ। ਤੁਸੀਂ ਸਾਨੂੰ ਆਪਦਾ ਦਿਖਾਓ ਢਾਂਚਾ। ਅੱਜ ਤੁਹਾਨੂੰ ਅਸੀਂ ਡਾਕਟਰ ਰੂਮ ਦੇ ਵਿੱਚ ਲੈ ਕੇ ਚੱਲਦੇ ਹਾਂ, ਕਿਸ ਤਰ੍ਹਾਂ ਜਦੋਂ ਕੋਈ ਗਊ ਸਾਡੇ ਗਊ ਧਾਮ ਦੇ ਵਿੱਚ ਆਉਂਦੀ ਹੈ ਤਾਂ ਉਸ ਦਾ ਅਸੀਂ ਕਿਸ ਤਰ੍ਹਾਂ ਫਾਈਲ ਖੋਲਦੇ ਹਾਂ, ਕਿਸ ਤਰ੍ਹਾਂ ਫਾਈਲ ਬਣਾਉਂਦੇ ਸਾਡੇ ਡਾਕਟਰ ਸਾਹਿਬ, ਉਸ ਤੋਂ ਬਾਅਦ ਕੀ ਉਹਦਾ ਡੇਲੀ ਟ੍ਰੀਟਮੈਂਟ ਹੋ ਰਿਹਾ, ਡੇਟ ਵਾਈਜ਼, ਇੰਜੈਕਸ਼ਨ ਵਾਈਜ਼ ਅਸੀਂ ਉਹਨੂੰ ਮੇਨਟੇਨ ਕਰਦੇ ਹਾਂ। ਪਲੀਜ਼ ਆਓ ਜੀ ਅੰਦਰ ਜੀ। ਦੇਖੋ ਬਾਈ ਜੀ, ਜਿਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਅਸੀਂ ਰਜਿਸਟਰ ਦੇ ਵਿੱਚ ਐਂਟਰੀ ਪਾਉਂਦੇ ਆ। ਜਦੋਂ ਸਾਡੀ ਕੋਈ ਗਊ ਕਿਤੇ ਵੀ ਜਾਂਦੀ ਆ, ਵੀ ਅਸੀਂ ਜਾ ਰਹੇ ਹਾਂ ਜੀ ਬੇਨੜੇ ਜਾ ਰਹੇ ਹਾਂ ਜਾਂ ਅਸੀਂ ਕੋਈ ਕੱਕੜਵਾਲ ਜਾ ਰਹੇ ਹਾਂ, ਕਿਤੇ ਵੀ ਜਾ ਰਹੇ ਹਾਂ, ਉਹਦੇ ਵਿੱਚ ਅਸੀਂ ਡੇਟ, ਸਭ ਤੋਂ ਪਹਿਲਾਂ ਡੇਟ ਮੈਂਸ਼ਨ ਕਰਦੇ ਆ, ਨੰਬਰਿੰਗ ਪਾਉਂਦੇ ਆ ਜੀ, ਫਿਰ ਅਸੀਂ ਐਡਰੈਸ ਪਾਉਂਦੇ ਵੀ ਕਿੱਥੋਂ ਅਸੀਂ ਲੈ ਕੇ ਆਏ ਆਂਗੇ। ਉਸ ਤੋਂ ਬਾਅਦ ਅਸੀਂ ਟ੍ਰੀਟਮੈਂਟ ਅਸੀਂ ਵਿੱਚ ਨੋਟ ਕਰਦੇ ਹਾਂ ਵੀ ਅਸੀਂ ਕੀ ਟ੍ਰੀਟਮੈਂਟ ਦਿੱਤਾ। ਇਸ ਨੂੰ ਜ਼ਿਆਦਾ ਵਿਸਥਾਰ ਪੂਰਵਕ ਦੇਣ ਵਾਸਤੇ ਤੁਸੀਂ ਆ ਦੇਖੋ, ਆ ਸਾਡੇ ਫਾਈਲਸ ਲਾਈਆਂ ਹੋਈਆਂ ਨੇ ਜੀ। ਇਹ ਫਾਈਲ ਦਾ ਨੰਬਰ ਲੱਗਿਆ ਹੋਇਆ ਜੀ, ਰਜਿਸਟ੍ਰੇਸ਼ਨ ਨੰਬਰ ਲੱਗਿਆ ਹੋਇਆ, ਡੇਟ ਪਾਈ ਹੋਈ ਹੈ ਜੀ, ਡੌਗ ਦੀ ਹੈ, ਗਊ ਦੀ ਹੈ, ਘੋੜੇ ਦੀ ਹੈ, ਸਾਡੇ ਹੁਣ ਮਹਾਵੀਰ ਜੀ ਦੀ ਆ। ਜਿਸ ਤਰ੍ਹਾਂ ਕਿ ਤੁਸੀਂ ਦੇਖੋ, ਸਾਡਾ ਇੱਕ ਸਾਡੇ ਮਹਾਵੀਰ ਜੀ ਆਏ ਸੀਗੇ, ਬਜਰੰਗੀ ਜੀ, ਸੌਰੀ ਡੌਗ ਸੀਗੇ, ਜਿਨ੍ਹਾਂ ਦੇ ਲੱਤਾਂ ਵਿੱਚ ਕਾਫੀ ਹੋ ਗਈਆਂ ਸੀਗੀਆਂ। ਉਹਨਾਂ ਦੇ ਜਿਸ ਤਰ੍ਹਾਂ ਤੁਸੀਂ ਐਕਸਰੇ ਕਰਵਾਇਆ, ਸਾਡੇ ਕੋਲ ਐਕਸਰਾ ਫਾਈਲ ਜੀ, ਰਸੀਦ ਕੱਟੀ ਹੋਈ ਹੈ। ਅਸੀਂ ਕਿਉਂਕਿ ਜੋ ਕੋਈ ਐਮਰਜੈਂਸੀ ਕੇਸ ਹੁੰਦਾ, ਸੀਰੀਅਸ ਕੇਸ ਹੁੰਦਾ, ਬਟ ਸਾਡੇ ਸਮਝ ਦੇ ਵਿੱਚ, ਸਾਡੀ ਪਹੁੰਚ ਤੋਂ ਬਾਹਰ ਹੁੰਦਾ, ਤਾਂ ਅਸੀਂ ਉਹਨੂੰ ਲੁਧਿਆਣਾ, ਮਲੇਰਕੋਟਲਾ, ਜਿੱਥੇ ਵੀ ਸਾਨੂੰ ਕੋਈ ਡਾਕਟਰ ਸਹੀ ਲੱਗਦਾ ਉੱਥੇ ਅਸੀਂ ਭੇਜਦੇ ਹਾਂ। ਜਿਸ ਤਰ੍ਹਾਂ ਦੇਖੋ ਤੁਸੀਂ, ਅਸੀਂ ਲੁਧਿਆਣਾ ਲੈ ਕੇ ਗਏ ਸੀਗੇ, ਉੱਥੇ ਉਹਨਾਂ ਦਾ ਕਾਰਡ ਬਣਿਆ ਜੀ, ਉਹਨਾਂ ਦੇ ਪਰਚੀਆਂ ਕਟਵਾਈਆਂ ਜੀ, ਵੱਖ-ਵੱਖ ਪਰਚੀਆਂ। ਫਿਰ ਗੱਲ ਸਾਡੇ ਭਰਾ ਜੀ ਪੁੱਛ ਰਹੇ ਸੀ ਤੁਸੀਂ ਕਿਸ ਤਰ੍ਹਾਂ ਯਾਦ ਰੱਖਦੇ ਹੋ ਵੀ ਅਸੀਂ ਕੀ ਟ੍ਰੀਟਮੈਂਟ ਦੇ ਰਹੇ ਹਾਂ, ਤਾਂ ਤੁਸੀਂ ਦੇਖੋ ਇਹ ਫਾਈਲ ਲੱਗੀ ਹੋਈ ਆ। ਫਾਈਲ ਅਸੀਂ ਕਿਹੜਾ ਇੰਜੈਕਸ਼ਨ ਲਾਇਆ, ਕਿੰਨੇ mg ਲਾਇਆ, ਕਿੰਨੀ ਡੋਜ਼ ਲਾਈ ਆ, 1.5 ml ਦਾ ਲਾਇਆ ਜੀ। ਇਸ ਤਰ੍ਹਾਂ ਸਾਡੇ ਡੇਟ ਵਾਈਜ਼ ਟ੍ਰੀਟਮੈਂਟ ਅਸੀਂ ਨੋਟ ਕਰਦੇ ਹਾਂ, ਤਾਂ ਜੋ ਸਾਨੂੰ ਕਨਫਿਊਜ਼ਨ ਨਾ ਰਹੇ ਕਿਹੜੀ ਗਊ ਦੇ, ਕਿਹੜੇ ਡੋ ਦੇ ਬੇਜਵਾਨ ਤੇ ਅਸੀਂ ਇਲਾਜ ਕਰ ਰਹੇ ਹਾਂ। ਇਸ ਲਈ ਤੁਸੀਂ ਦੇਖੋ ਸਾਡੇ ਕੋਲ ਕਾਫੀ ਫਾਈਲਾਂ ਲੱਗੀਆਂ ਹੋਈਆਂ ਨੇ ਜੀ, ਹਰ ਇੱਕ ਤਰ੍ਹਾਂ। ਜਿਸ ਤਰ੍ਹਾਂ ਇੱਕ ਹਿਊਮਨ ਹਸਪੀਟਲ ਦੇ ਵਿੱਚ ਪੇਸ਼ੈਂਟਸ ਦੀਆਂ ਫਾਈਲਸ ਲੱਗਦੀਆਂ ਨੇ, ਫਾਈਲਾਂ ਨੂੰ ਮੇਨਟੇਨ ਕੀਤਾ ਜਾਂਦਾ, ਤਾਂ ਉਸ ਤਰ੍ਹਾਂ ਦੇਖੋ, ਆਹ ਦੇਖੋ ਸਾਡੇ ਡਾਕਟਰ ਸਾਹਿਬ ਵੱਲੋਂ ਜੋ ਪਰ ਡੇਟ ਦਾ ਟ੍ਰੀਟਮੈਂਟ, ਇਹ ਡੇਟ ਵਾਈਜ਼ ਟ੍ਰੀਟਮੈਂਟ ਹੁੰਦਾ ਜੀ, ਵੀ ਅੱਜ ਆਹ ਟ੍ਰੀਟਮੈਂਟ ਦਿੱਤਾ, ਅੱਜ ਆਹ ਟ੍ਰੀਟਮੈਂਟ। ਇਹਦੇ ਵਿੱਚ ਕੀ ਹੁੰਦਾ ਜੀ, ਦੋ ਤਰ੍ਹਾਂ ਹੁੰਦਾ, ਇੱਕ ਸਾਡੇ ਟ੍ਰੀਟਮੈਂਟ ਯਾਦ ਰਹਿੰਦਾ, ਇੱਕ ਜਿਸ ਤਰ੍ਹਾਂ ਸਾਡੀ ਡਾਕਟਰਸ ਦੀ ਟੀਮ ਆ ਵੀ ਈਵਨਿੰਗ ਤੇ ਮਾਰਨਿੰਗ ਟਾਈਮ ਵੱਖ-ਵੱਖ ਆਉਂਦੇ ਆ,
ਤਾਂ ਆ ਕੇ ਫਾਈਲ ਚੈੱਕ ਕਰਦੇ ਨੇ ਵੀ ਇਸ ਗਊ ਨੂੰ ਆਹ ਟ੍ਰੀਟਮੈਂਟ ਅਸੀਂ ਦੇ ਚੁੱਕੇ। ਅਗਰ ਸਾਨੂੰ ਲੱਗਦਾ ਵੀ ਰਾਤ ਨੂੰ ਕੋਈ ਬੇਜਵਾਨ ਸਾਡਾ ਗਊ ਮਾਤਾ ਜਾਂ ਕੋਈ ਵੀ ਚੀਜ਼ ਤੰਗ ਹੋ ਰਹੀ ਹੈ ਤਾਂ ਸਭ ਤੋਂ ਪਹਿਲਾਂ ਚੱਕ ਕੇ ਦੇਖਦੇ ਹਾਂ ਅਸੀਂ ਇਹਨੂੰ ਦਿਨੇ ਆਹ ਟ੍ਰੀਟਮੈਂਟ ਦਿੱਤਾ ਸੀ, ਹੁਣ ਇਹਦੇ ਮੁਤਾਬਕ ਆਹ ਟ੍ਰੀਟਮੈਂਟ ਬਣਦਾ ਸੀ, ਆਹ ਟ੍ਰੀਟਮੈਂਟ ਦੇਖੀਏ। ਇਹਦੀ ਬਿਹਤਰ ਚਾਨਣਾ ਸਾਡੇ ਆ ਡਾਕਟਰ ਸੁਖਵਿੰਦਰ ਜੀ ਖੜੇ ਨੇ, ਇਹ ਵੀ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਬਣਗੇ ਜੀ। ਡਾਕਟਰ ਸਾਹਿਬ ਤੁਸੀਂ ਦੱਸੋ, ਮੈਂ ਤਾਂ ਦੇਖ ਰਿਹਾ ਵੀ ਜਿੱਦਾਂ ਇਨਸਾਨ ਤੇ ਜਾਨਵਰਾਂ 'ਚ ਇਹਨਾਂ ਨੇ ਕੋਈ ਮਤਭੇਦ ਨਹੀਂ ਕੀਤਾ ਹੋਇਆ, ਜਿੱਦਾਂ ਤੁਸੀਂ ਸਰਕਾਰੀ ਡੀਐਮਸੀ ਵਗ ਜਾਓ, ਪੀਜੀਆਈ ਵਗ ਜਾਓ, ਜਿੱਦਾਂ ਤੁਹਾਡੇ ਕਾਰਡ ਬਣਦੇ ਨੇ ਉਦਾਂ ਹੀ ਕਾਰਡ ਬਣੇ ਹੋਏ ਨੇ, ਤੇ ਇਦਾਂ ਹੀ ਜੇ ਇਹਨਾਂ ਤੋਂ ਕੁਝ ਨਹੀਂ ਇਹਨਾਂ ਸਮਝ ਆਉਂਦਾ ਤਾਂ ਇਹ ਰੈਫਰ ਕਰਦੇ ਨੇ ਅੱਗੇ ਲੁਧਿਆਣੇ ਵਗੈਰਾ, ਉਦਾਂ ਹੀ ਸਾਰੀਆਂ ਪਰਚੀਆਂ ਨੇ ਜੀ, ਉਦਾਂ ਹੀ ਐਕਸ-ਰੇ ਨੇ। ਤੇ ਮੈਂ ਤਾਂ ਇਹ ਦੇਖ ਕੇ ਮੇਰੀਆਂ ਤਾਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਡਾਕਟਰ ਸਾਹਿਬ ਤੁਸੀਂ ਵੀ ਕੋਈ ਚਾਨਣਾ ਪਾਓ ਇਸ ਬਾਰੇ। ਬਿਲਕੁਲ ਠੀਕ ਹੈ ਜੀ, ਸਾਰਾ ਸਾਡਾ ਰਿਕਾਰਡ ਆ ਜਿਹੜਾ ਮੇਨਟੇਨ ਕੀਤਾ ਹੋਇਆ। ਜੀ ਜੇ ਸਾਡੀ ਕੋਈ ਨਹੀਂ ਸਮਝ 'ਚ ਕੇਸ ਆਉਂਦਾ, ਠੀਕ ਹੈ, ਆਊਟ ਆਫ ਰੇਂਜ ਹੋ ਜਾਂਦਾ, ਤਾਂ ਅਸੀਂ ਲੁਧਿਆਣੇ ਵੀ ਦਿਖਾਉਂਦੇ ਹਾਂ ਜੀ, ਜ਼ਿਆਦਾਤਰ ਸੰਗਰੂਰ ਵੀ ਦਿਖਾਉਂਦੇ ਹਾਂ। ਵਧੀਆ ਤੋਂ ਵਧੀਆ ਐਕਸਪਰਟ ਡਾਕਟਰ ਨੂੰ ਦਿਖਾਈਦਾ ਜੀ, ਜੇ ਸਾਡੇ ਤੋਂ ਬਾਹਰ ਹੁੰਦਾ। ਵੈਸੇ ਤਕਰੀਬਨ ਅਸੀਂ ਜ਼ਿਆਦਾਤਰ ਇੱਥੇ ਹੀ ਠੀਕ ਕਰਦੇ ਹਾਂ, ਜ਼ਿਆਦਾਤਰ ਤਾਂ ਇੱਥੇ ਹੀ ਹੱਲ ਹੋ ਜਾਂਦਾ। ਬਹੁਤ ਹੀ ਰੇਅਰ ਕੇਸ ਨੇ ਜਿਹੜੇ ਅਸੀਂ ਬਾਹਰ ਲੈ ਕੇ ਜਾਂਦੇ ਹਾਂ। ਤੇ ਜਿੱਦਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਵੀ ਮੈਂ ਤਾਂ ਹੈਰਾਨ ਹੀ ਇੱਕ ਤਰ੍ਹਾਂ ਦਾ ਰਹਿ ਗਿਆ ਵੀ ਐਦਾਂ ਦਾ ਸਿਸਟਮ ਦੇਖ ਕੇ। ਬਹੁਤ ਹੀ ਵਧੀਆ ਸਿਸਟਮ ਬਾਈ ਜੀ ਉਹਨਾਂ ਨੇ ਬਣਾ ਰੱਖਿਆ। ਤੇ ਜਿੱਦਾਂ ਅਸੀਂ ਦਰਸ਼ਕੋ ਤੁਹਾਨੂੰ ਰੰਗਮੰਚ ਕਲਾਕਾਰਾਂ ਨਾਲ ਅਕਸਰ ਮਿਲਾਉਂਦੇ ਰਹੇ ਹਾਂ, ਪਰ ਅੱਜ ਅਸੀਂ ਬਹੁਤ ਹੀ ਸਾਡੀ ਟੀਮ ਮਾਣ ਮਹਿਸੂਸ ਕਰ ਰਹੀ ਆ ਸਟੈਪ ਔਨ ਸੁਸਾਇਟੀ ਦੇ ਇਹ ਗਊ ਧਾਮ ਦੇ ਵਿੱਚ ਆ ਕੇ, ਤੇ ਬਹੁਤ ਹੀ ਸਾਨੂੰ ਵਧੀਆ ਲੱਗ ਰਿਹਾ ਤੇ ਸਾਡੇ ਲਈ ਇੱਕ ਮਾਣ ਦੀ ਗੱਲ ਆ। ਤੇ ਜਾਂਦੇ ਜਾਂਦੇ ਬਾਈ ਜੀ ਰਜਨੀਸ਼ ਜੀ ਤੋਂ ਤੇ ਉਹਨਾਂ ਦੇ ਸਾਥੀਆਂ ਤੋਂ ਕੋਈ ਦਰਸ਼ਕਾਂ ਲਈ ਮੈਸੇਜ ਜਾਂ ਸੁਨੇਹਾ ਜ਼ਰੂਰ ਲੈਣਾ ਚਾਹਾਂਗੇ। ਹਾਂਜੀ ਬਾਈ ਜੀ। ਬਾਈ ਜੀ ਅਸੀਂ ਤਾਂ ਐਡੇ ਹੈ ਨਹੀਂ, ਵੈਸੇ ਅਸੀਂ ਸੁਨੇਹਾ ਦੇ ਸਕੀਏ। ਅਸੀਂ ਅਪੀਲ ਕਰ ਸਕਦੇ ਹਾਂ ਸਾਡੇ ਨੌਜਵਾਨ ਸਾਥੀਆਂ ਨੂੰ, ਸਾਡੇ ਸ਼ਹਿਰ ਨਿਵਾਸੀਆਂ ਨੂੰ, ਇਸ ਸੇਵਾ ਦੇ ਵਿੱਚ ਵੱਧ ਤੋਂ ਵੱਧ ਜੁੜੋ। ਨਸ਼ਿਆਂ ਨੂੰ ਛੱਡ ਕੇ, ਹੋਰ ਸਮਾਜਿਕ ਬੁਰਾਈਆਂ ਨੂੰ ਛੱਡ ਕੇ, ਕੁਰੀਤੀਆਂ ਨੂੰ ਛੱਡ ਕੇ, ਜਿੰਨਾ ਵੀ ਸਮਾਂ ਤੁਹਾਨੂੰ ਵਿਹਲਾ ਮਿਲਦਾ ਤੁਸੀਂ ਗਊ ਧਾਮ ਆਓ, ਆ ਕੇ ਬੈਠੋ, ਸਾਡੇ ਸਿਸਟਮ ਨੂੰ ਦੇਖੋ, ਸਾਡੀ ਸੇਵਾ ਨੂੰ ਦੇਖੋ। ਅਗਰ ਤੁਹਾਡਾ ਦਿਲ ਮੰਨਦਾ ਇਸ ਸੇਵਾ ਦੇ ਵਿੱਚ ਜੁੜੋ। ਸੇਵਾ ਇਕੱਲੀ ਧਨ ਨਾਲ ਨਹੀਂ ਹੁੰਦੀ, ਤਨ ਮਨ ਨਾਲ ਵੀ ਹੁੰਦੀ ਆ। ਤਨ ਨਾਲ ਸੇਵਾ ਹੁੰਦੀ ਹੈ ਕਿ ਉਰੇ ਆ ਕੇ ਗਊਆਂ ਨੂੰ ਹਰਾ ਪਾਓ, ਗਊਆਂ ਨੂੰ ਨਮਾਓ, ਜੋ ਵੀ ਤੁਹਾਡੇ ਮਨ ਨੂੰ ਸੇਵਾ ਲੱਗੇ ਉਹ ਸੇਵਾ ਕਰੋ। ਤੁਸੀਂ 2 ਡਲੀਆਂ ਸਿਰਫ ਗੁੜ ਦੀਆਂ ਲਿਆਓ, 4 ਰੋਟੀਆਂ ਬਣਾ ਲਿਆਓ, ਖਾਲੀ ਹੱਥ ਆ ਕੇ ਉਰੇ ਹਰੇ 'ਚ ਹੱਥ ਵਟਾ ਦਿਓ। ਅਗਰ ਤੁਹਾਡਾ ਤਨ ਦਾ ਵੀ ਜੀ ਨਹੀਂ ਕਰਦਾ, ਧਨ ਦਾ ਵੀ ਜੀ ਨਹੀਂ ਕਰਦਾ, ਸਿਰਫ ਉਰੇ ਆ ਕੇ ਬੈਠ ਕੇ ਦੇਖੋ। ਅਗਰ ਤੁਹਾਨੂੰ ਕੋਈ ਕਮੀ ਲੱਗਦੀ ਆ, ਤੁਹਾਡੇ ਕੋਲ ਕੋਈ ਨਵਾਂ ਆਈਡੀਆ, ਸਾਡੀ ਟੀਮ ਨੂੰ ਤੁਸੀਂ ਸੁਝਾਅ ਦੇ ਕੇ ਜਾਓ, ਅਸੀਂ ਇਹਦੀ ਸੇਵਾ ਨੂੰ ਹੋਰ ਵਧੀਆ ਬਣਾ ਸਕੀਏ। ਮੇਰੀ ਤਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ, ਨੌਜਵਾਨ ਵੀਰਾਂ ਨੂੰ, ਸਾਡੇ ਭਰਾਵਾਂ ਨੂੰ ਇਹੀ ਬੇਨਤੀ ਆ। ਇੱਕ ਛੋਟੀ ਜਿਹੀ ਗੱਲ ਕਹਿਣੀ ਰਹਿ ਗਈ ਸੀ ਵੀ ਸਾਡਾ 3 ਮਹੀਨਿਆਂ ਬਾਅਦ ਸੰਸਥਾ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਜਾਂਦਾ, ਤਾਂ ਮੈਂ ਇਹੀ ਅਪੀਲ ਕਰ ਸਕਦਾ ਵੀ ਜਿਹੜਾ ਭਰਾ ਹੋਰ ਨਹੀਂ ਟਾਈਮ ਕਰ ਸਕਦਾ ਉਸ ਖੂਨਦਾਨ ਕੈਂਪ ਦੇ ਵਿੱਚ ਆ ਕੇ ਖੂਨਦਾਨ ਜ਼ਰੂਰ ਕਰੋ, ਕਿਉਂਕਿ ਤੁਹਾਡੀ ਦਿੱਤੀ ਹੋਈ ਇੱਕ ਖੂਨਦਾਨ ਦੀ ਬੋਤਲ ਕਿਸੇ ਨੂੰ ਪੂਰੀ ਇੱਕ ਜ਼ਿੰਦਗੀ, ਇੱਕ ਜੀਵਨ ਦਾਨ ਬਖਸ਼ ਸਕਦੀ ਆ। ਉਸ ਜੀਵਨ ਦਾਨ ਦੀ ਕੀਮਤ ਤੁਸੀਂ ਸਮਝ ਸਕਦੇ। ਜਦੋਂ ਕੋਈ ਬੰਦਾ ਜਾਂ ਮਾਂ ਆਦੇ ਬੱਚਿਆਂ ਲਈ, ਆਦੇ ਪਰਿਵਾਰ ਲਈ ਸਮਾਂ ਕੱਢਦਾ, ਉਹਨੂੰ ਜ਼ਿੰਦਗੀ 'ਚ ਕੁਝ ਬਣਾਉਂਦਾ, ਤਾਂ ਉਹ ਸਾਰੀ ਉਮਰ ਗੁਣ ਗਾਉਂਦਾ ਵੀ ਜਿਸ ਇਨਸਾਨ ਨੇ ਮੈਨੂੰ ਖੂਨ ਦੇ ਕੇ ਜ਼ਿੰਦਗੀ ਬਖਸ਼ੀ ਆ, ਤਾਂ ਮੈਂ ਆਪਦੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ। ਤੇ ਦਰਸ਼ਕੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਰਜਨੀਸ਼ ਜੀ ਗੱਲ ਕਰਕੇ, ਤੁਹਾਡੀ ਟੀਮ ਨਾਲ ਗੱਲ ਕਰਕੇ, ਤੇ ਸਾਨੂੰ ਵੀ ਬਹੁਤ ਮਾਣ ਮਹਿਸੂਸ ਹੋ ਰਿਹਾ। ਤੇ ਦਰਸ਼ਕੋ ਫਿਰ ਤੁਹਾਨੂੰ ਕਿਸੇ ਹੋਰ ਸ਼ਖਸੀਅਤ ਨਾਲ ਜਾਂ ਫਿਰ ਇਹੋ ਜਿਹੀ ਸੰਸਥਾ ਨਾਲ ਰੂਬਰੂ ਕਰਾਵਾਂਗੇ। ਧੰਨਵਾਦ ਜੀ ਸਟੈਪ ਔਨ ਸੁਸਾਇਟੀ ਦਾ। ਇੱਕ ਛੋਟੀ ਹਾਂਜੀ ਬਾਈ ਜੀ ਕੁਝ ਕਹਿਣਾ ਚਾਹੁੰਦੇ ਨੇ? ਹਾਂਜੀ ਇੱਕ ਛੋਟੀ ਜਿਹੀ ਬੇਨਤੀ ਹੈ ਜੀ ਸਾਡੇ ਵੱਲੋਂ। ਕੋਈ ਵੀ ਖੁਸ਼ੀ ਦਾ ਦਿਨ ਹੈ, ਬੱਚੇ ਦਾ ਕੋਈ ਹੋਰ ਕਿਸੇ ਵੀ ਤਰ੍ਹਾਂ ਦਾ ਆਪਾਂ ਖੁਸ਼ੀ ਸਾਂਝੀ ਕਰਦੇ ਹਾਂ, ਤਾਂ ਇਸ ਗਊ ਧਾਮ ਦੇ ਵਿੱਚ ਆ ਕੋਈ ਬਰਥਡੇ ਹੈ, ਕੋਈ ਐਨੀਵਰਸਰੀ ਹੈ, ਕਿਸੇ ਵੀ ਤਰ੍ਹਾਂ ਦੇ ਆਪਣੇ ਪਰਿਵਾਰ 'ਚ ਕੋਈ ਖੁਸ਼ੀ ਆਉਂਦੀ ਹੈ, ਤਾਂ ਇੱਥੇ ਗਊ ਧਾਮ ਦੇ ਵਿੱਚ ਸਾਂਝੀ ਕਰਨ ਲਈ ਇਹਨਾਂ ਬੇਜਵਾਨਾਂ ਨਾਲ ਜ਼ਰੂਰ ਆਓ ਜੀ, ਕਿਉਂਕਿ ਉਸ ਬਹਾਨੇ ਇੱਥੇ ਤੁਸੀਂ ਹਰਾ ਚਾਰਾ ਪਾਓ, ਸਾਡੇ ਕੋਲ ਆ ਕੇ ਇੱਥੇ ਇਹਨਾਂ ਦੇ ਵਿੱਚ ਵਿਚਰੋ, ਸਾਨੂੰ ਬਹੁਤ ਬਹੁਤ ਖੁਸ਼ੀ ਮਹਿਸੂਸ ਹੋਏਗੀ। ਧੰਨਵਾਦ। ਤੇ ਜ਼ਰੂਰ ਜੀ ਕਿਸੇ ਨੇ ਸਾਰਿਆਂ ਨੂੰ ਕਿਸੇ ਖੁਸ਼ੀ ਦੇ ਮੂਵਮੈਂਟ ਵਿੱਚ ਆ ਕੇ ਇੱਥੇ ਟਾਈਮ ਸਪੈਂਡ ਕਰਨਾ ਚਾਹੀਦਾ। ਤੇ ਧੰਨਵਾਦ ਜੀ ਸਾਰਿਆਂ ਦਾ। ਥੈਂਕ ਯੂ।